ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਕਸਰਸਾਈਜ਼ 9.2 ਦਾ ਜਿਹੜਾ ਕੁਐਸਚਨ ਨੰਬਰ 9 ਤੋਂ ਲੈ ਕੇ ਕੁਐਸਚਨ ਨੰਬਰ 18 ਤੱਕ ਨੇ 10 ਕੁਐਸਚਨ ਜਿਹੜੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤੇ ਇਸ ਤੋਂ ਜਿਹੜੀ ਨੈਕਸਟ ਵੀਡੀਓ ਆਪਾਂ ਲੈ ਕੇ ਆਵਾਂਗੇ ਉਹ ਅਲੱਗ-ਅਲੱਗ ਜਿਹੜੀਆਂ ਸਾਡੇ ਪਾਸ ਬੁੱਕਸ ਨੇ, ਜਿਵੇਂ ਮਾਡਰਨ ABC ਹੈ ਜਾਂ ਦੂਸਰੀਆਂ ਬੁੱਕਸ ਨੇ, ਉਹਦੇ ਵਿੱਚੋਂ ਕੁਝ ਇੰਪੋਰਟੈਂਟ ਟੌਪਿਕਸ ਜਿਹੜੇ NCERT ਕਵਰ ਨਹੀਂ ਕਰਦੀ, ਉਸ ਨੈਕਸਟ ਵੀਡੀਓ ਦੇ ਵਿੱਚ ਆਪਾਂ 10 ਤੋਂ 12 ਕੁਐਸਚਨ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਸਾਡੇ ਪਾਸ ਹੈ ਕੁਐਸਚਨ ਨੰਬਰ 9 ਦੀ ਸਮ of n terms of two APs are in the ratio 5n plus 4, 4n, 9n plus 6। ਸੋ ਸਾਡੇ ਪਾਸ ਦੋ APs ਨੇ, 2 APs। ਸੋ ਇਹਨਾਂ ਦਾ ਸਮਸ ਨੇ ਸਾਡੇ ਪਾਸ n ਟਰਮਸ ਦੇ, ਇਹਨਾਂ ਦੀ ਰੇਸ਼ੋ ਗਿਵਨ ਹੈ ਸਾਨੂੰ 5n plus 4 ਰੇਸ਼ੋ 9n plus 6। ਫਾਈਂਡ ਦੀ ਰੇਸ਼ੋ ਆਫ 18th ਟਰਮਸ। ਸੋ ਉਹਨਾਂ ਦੀਆਂ ਜਿਹੜੀਆਂ 18th ਟਰਮ ਹੋਏਗੀ ਉਹਦੀ ਰੇਸ਼ੋ ਅਸੀਂ ਫਾਈਂਡ ਕਰਨੀ ਹੈ। ਸੋ ਜੋ ਸਾਨੂੰ ਗਿਵਨ ਹੈ ਉੱਥੋਂ ਅਸੀਂ ਇਕੁਏਸ਼ਨ ਡਰਾਈਵ ਕਰ ਲੈਂਦੇ ਹਾਂ। ਸੋ ਸਮ ਆਫ ਫਸਟ n ਟਰਮਸ। ਸੋ ਇੱਕ ਨੂੰ ਅਸੀਂ SN ਲੈ ਲੈਂਦੇ, ਇੱਕ ਨੂੰ ਅਸੀਂ S ਡੈਸ਼ ਲੈ ਲੈਂਦੇ ਹਾਂ। ਸੋ ਦੋ APs ਨੇ ਸਾਡੇ ਪਾਸ। ਸੋ ਸਾਡੇ ਪਾਸ ਰੇਸ਼ੋ ਕੀ ਹੈ 5n plus 4 ਡਿਵਾਈਡਡ ਬਾਏ 9n plus 6। ਸੋ ਸਮ ਦੇ ਲਈ ਸਾਡੇ ਪਾਸ ਕੀ ਫਾਰਮੂਲਾ ਅਵੇਲੇਬਲ ਹੈ, ਦੋ ਨੇ ਸਾਡੇ ਪਾਸ। ਸੋ ਅਸੀਂ 18th ਟਰਮ ਲੈਣੀ ਹੈ, ਸੋ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰਦੇ ਹਾਂ, L ਵਾਲਾ ਨਹੀਂ ਯੂਜ਼ ਕਰਦੇ। n/2 2a plus n minus 1 into d। ਸੋ ਜਿਹੜੀ ਦੂਸਰੀ AP ਹੋਏਗੀ ਉਹਦੇ ਵਿੱਚ ਦੇਖੋ ਉਸਦਾ ਫਸਟ ਟਰਮ ਡਿਫਰੈਂਟ ਹੋਏਗੀ, ਨੰਬਰ ਆਫ ਟਰਮਸ ਸੇਮ ਨੇ ਦੋਨਾਂ ਦੇ ਵਿੱਚ, n ਹੀ ਹੈ। ਸੋ ਨੰਬਰ ਆਫ ਟਰਮਸ ਤਾਂ ਅਸੀਂ n/2 ਹੀ ਲੈਣਾ ਹੈ, n ਹੀ ਆਉਣਾ ਇੱਥੇ। ਬਟ ਜਿਹੜੀ ਫਸਟ ਟਰਮ ਹੋਏਗੀ, ਜਿਹੜੀ ਦੂਸਰੀ AP ਹੈ, ਜ਼ਰੂਰੀ ਨਹੀਂ ਹੈਗਾ ਕਿ ਉਹ ਸੇਮ ਨੰਬਰ ਤੋਂ ਹੀ ਸ਼ੁਰੂ ਹੋ ਰਹੀ ਹੈ। ਸੋ ਅਸੀਂ ਉਸਦੀ ਫਸਟ ਟਰਮ ਨੂੰ ਕੀ ਲੈ ਲੈਂਦੇ ਹਾਂ, a ਡੈਸ਼ ਪਲੱਸ n ਮਾਈਨਸ 1। ਉਸਦਾ ਜ਼ਰੂਰੀ ਨਹੀਂ ਡਿਫਰੈਂਸ ਵੀ ਜਿਹੜਾ ਕੀ ਆ ਸੇਮ ਹੋਏਗਾ, ਹੋ ਸਕਦਾ ਜਿਹੜਾ ਕਾਮਨ ਡਿਫਰੈਂਸ ਉਹ ਡਿਫਰੈਂਟ ਹੋਵੇ। ਸੋ ਅਸੀਂ ਲੈ ਲਿਆ d ਡੈਸ਼। ਸੋ n/2 ਅਤੇ n/2 ਤਾਂ ਕਾਮਨ ਟਰਮ ਹੈ, ਤਾਂ ਕੈਂਸਲ ਆਊਟ ਹੋ ਜਾਣੀ ਹੈ ਸਾਡੀ। ਸੋ ਸਾਡੇ ਪਾਸ ਕੀ ਰਹਿ ਜਾਂਦਾ ਹੈ 5n plus 4 over 9n plus 6 equal 2a plus n minus 1 into d over 2a dash plus n minus 1 into d dash। ਸੋ ਹੁਣ ਅਸੀਂ ਪਤਾ ਕੀ ਕਰਨਾ ਹੈ, ਕੁਐਸਚਨ ਕੀ ਹੈ ਸਾਡਾ, ਫਾਈਂਡ ਦੀ ਰੇਸ਼ੋ ਆਫ 18th ਟਰਮਸ। ਉਹਨਾਂ ਦੋਨਾਂ ਦੀ 18ਵੀਂ ਟਰਮ ਜਿਹੜੀ ਹੈ ਉਹਦੀ ਅਸੀਂ ਰੇਸ਼ੋ ਫਾਈਂਡ ਕਰਨੀ ਹੈ। ਸੋ 18ਵੀਂ ਟਰਮ ਅਸੀਂ ਲਿਖਾਂਗੇ ਕਿਵੇਂ? ਸੋ 18ਵੀਂ ਟਰਮ ਲਿਖਦੇ ਹਾਂ ਅਸੀਂ a plus 17d। ਦੂਸਰੀ ਸਾਡੇ ਪਾਸ AP ਹੋਏਗੀ a ਡੈਸ਼ ਪਲੱਸ 17d ਡੈਸ਼। ਸੋ ਅਸੀਂ ਇਹ ਵਾਲੀ ਰੇਸ਼ੋ ਜਿਹੜੀ ਆ ਫਾਈਂਡ ਕਰਨੀ ਹੈ, 17d ਫਾਈਂਡ ਕਰਨਾ ਸੀ। ਸੋ ਮੇਰੇ ਪਾਸ ਇੱਥੇ ਜੇ ਮੈਂ ਧਿਆਨ ਨਾਲ ਦੇਖਾਂ 2a, ਇੱਥੇ n ਹੈ। ਜੇ ਮੈਂ n ਦੀ ਕੋਈ ਵੈਲਿਊ ਪੁੱਟ ਕਰਦੇ ਹਾਂ ਕਿ ਇਹ 17 ਬਣ ਜਾਏ ਕਿਸੇ ਤਰੀਕੇ, ਪਰ ਪ੍ਰੋਬਲਮ ਮੈਨੂੰ 2a ਕ੍ਰੀਏਟ ਕਰ ਰਿਹਾ ਹੈ, a ਆਉਣਾ ਚਾਹੀਦਾ ਹੈ। ਸੋ ਮੈਨੂੰ 2 ਵੀ ਕਾਮਨ ਲੈਣਾ ਪਏਗਾ ਇੱਥੇ। ਤੇ ਜੇ ਮੈਂ ਇਕੱਲਾ a ਕਰਨਾ ਹੈ, ਇਸ ਦੇ ਨਾਲ ਜੇ ਮੈਂ ਕੰਪੇਅਰ ਕਰਦਾ ਹੈ, ਇੱਥੇ ਮੇਰੇ ਪਾਸ 1a ਆ ਅਤੇ ਇੱਥੇ ਮੇਰੇ ਪਾਸ 2a ਆ। ਕਹਿਣ ਤੋਂ ਭਾਵ ਕੀ ਹੈ ਕਿ ਮੈਨੂੰ 2 ਕਾਮਨ ਲੈ ਕੇ ਜਾਣਾ ਪਏਗਾ, ਨੀਚੇ ਵੀ 2 ਕਾਮਨ ਲੈ ਕੇ ਜਾਣਾ ਪਏਗਾ। ਸੋ ਇੱਥੇ ਮੈਨੂੰ 2 ਕਾਮਨ ਲੈਣ ਤੋਂ ਬਾਅਦ ਮੇਰੇ ਪਾਸ ਕਿੰਨਾ ਬਚਣਾ ਚਾਹੀਦਾ 17। ਇਹਦਾ ਮਤਲਬ ਕੀ ਹੋਇਆ ਕਿ n-1 ਜਿਹੜਾ ਹੈ ਉਹ 34 ਬਣਨਾ ਚਾਹੀਦਾ। n-1 ਜੋ ਹੈ ਸਾਡੇ ਪਾਸ ਉਹ ਕਿੰਨਾ ਬਣਨਾ ਚਾਹੀਦਾ 34। ਤਦ ਹੀ 2 ਕਾਮਨ ਜਾਣ ਤੋਂ ਬਾਅਦ ਕੀ ਬਚੂਗਾ 17 ਬਚੂਗਾ। ਸੋ ਮੈਨੂੰ n ਕਿੰਨਾ ਪੁੱਟ ਕਰਨਾ ਚਾਹੀਦਾ, 1 ਉੱਧਰ ਲੈ ਜਾਂਦੇ ਹਾਂ 35। ਸੋ ਜੇਕਰ ਮੈਂ ਇੱਥੇ ਇਸ ਇਕੁਏਸ਼ਨ ਦੇ ਵਿੱਚ n 35 ਪੁੱਟ ਕਰਦੇ ਹਾਂ, n ਹੈ ਇੱਥੇ 35। ਸੋ ਇਹ ਤਾਂ ਇੱਕ ਨੰਬਰ ਬਣ ਜਾਏਗਾ, ਚਾਹੇ ਉਹ ਰੈਸ਼ਨਲ ਨੰਬਰ ਹੀ ਕਿਉਂ ਨਾ ਬਣੇ। ਸੋ ਇੱਥੇ ਮੈਂ n 35 ਮਾਈਨਸ 1 34 ਰਹਿ ਜਾਏਗਾ। 34 ਦੇ ਵਿੱਚੋਂ 2 ਕਾਮਨ ਚਲੇ ਜਾਏਗਾ, ਰਹਿ ਜਾਏਗਾ a plus 17d। ਸੋ ਇਹ ਮੇਰੀ 18th ਟਰਮ ਬਣ ਜਾਏਗੀ। ਸੋ ਮੈਂ ਕੀ ਕਰਦਾ ਇੱਥੇ ਪੁੱਟ n is equal to 35। ਸੋ ਇਹਦੇ ਵਿੱਚ ਮੈਂ n ਜਿਹੜਾ ਹੈ ਉਹ 35 ਪੁੱਟ ਕਰ ਦਿੰਦਾ ਹੈ। ਸੋ ਰਿਜ਼ਲਟ ਕੀ ਬਣਦਾ ਮੇਰੇ ਪਾਸ, ਸੋ ਦਿਸ ਇੰਪਲਾਈਜ਼ 5 into 35 plus 4 over 9 into 35 plus 6 equals 2a plus 35 minus 1 is 34d over
2a dash plus n minus 1, 35 minus 1 is 34 d dash। ਸੋ ਲੈਫਟ ਸਾਈਡ ਨੂੰ ਅਸੀਂ ਸੋਲਵ ਕਰ ਲੈਂਦੇ ਹਾਂ। 5 into 35 ਇਹ ਮੇਰੇ ਪਾਸ ਕੀ ਬਣਦਾ ਹੈ 35 5 175 ਹੁੰਦਾ 175 plus 4 over 9 into 35 35 9 is 350 ਚੋਂ 35 ਛੱਡ ਦਈਏ ਅਸੀਂ ਸਾਡੇ ਪਾਸ ਬਣਦਾ 315 plus 6 equals 2 ਅਸੀਂ ਕਾਮਨ ਲੈ ਲੈਂਦੇ ਹਾਂ। ਸੋ ਇਹ ਬਚ ਗਿਆ a plus 17d ਭਾਵ ਇਹ ਸਾਡੀ ਕੀ ਬਣ ਗਈ 18th ਟਰਮ ਬਣ ਗਈ ਓਵਰ 2 ਫਿਰ ਕਾਮਨ ਲੈ ਲੈਂਦੇ ਹਾਂ a ਡੈਸ਼ plus 17d ਡੈਸ਼। ਸੋ 2 ਕੈਂਸਲ ਹੋ ਜਾਏਗਾ। ਸੋ ਇਹ ਮੇਰੀ ਫਸਟ AP ਦੀ 18th ਟਰਮ, ਇਹ ਮੇਰੀ ਸੈਕੰਡ AP ਦੀ 18th ਟਰਮ। ਸੋ ਇਹ ਮੇਰੇ ਪਾਸ ਆਨਸਰ ਕੀ ਆ ਜਾਂਦਾ ਹੈ, ਇਸ ਸਾਈਡ ਲਿਖ ਲੈਂਦੇ ਹਾਂ ਅਸੀਂ। ਸੋ 175 ਤੇ 4 179 179 315 ਤੇ 6 321 ਇਜ਼ ਇਕੁਅਲ ਟੂ ਤਾਂ ਇਹ ਸਾਡੇ ਪਾਸ ਹੋਊਗੀ T 18th ਟਰਮ ਓਵਰ T ਡੈਸ਼ 18th ਟਰਮ। ਇਹ 18th ਟਰਮ ਦਾ ਫਾਰਮੂਲਾ ਹੈ। ਸੋ ਰੇਸ਼ੋ ਆਫ 18th ਟਰਮਸ ਆਫ APs ਕੀ ਬਣੀ ਸਾਡੇ ਪਾਸ 179 ਰੇਸ਼ੋ 321। ਇਹ ਸਾਡਾ ਕੀ ਹੋ ਗਿਆ ਆਨਸਰ। ਸੋ ਕਦੇ ਵੀ ਇੱਦਾਂ ਦਾ ਕੁਐਸਚਨ ਆਵੇ ਐਗਜ਼ਾਮ ਦੇ ਵਿੱਚ ਇਹ ਵਾਲੀ ਟਰਮ ਜਿਹੜੀ ਉਹ ਚੇਂਜ ਹੋ ਕੇ ਆ ਸਕਦੀ ਹੈ 18th ਟਰਮ ਦੀ ਜਗ੍ਹਾ ਤੁਹਾਨੂੰ ਕੁਛ ਹੋਰ ਪੁੱਛ ਸਕਦੇ ਹਾਂ। ਸੋ ਇਸ ਗੱਲ ਦਾ ਇੱਥੇ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ 2 ਜਿਹੜਾ ਹੈ ਕਾਮਨ ਲੈ ਕੇ ਜਾਣਾ ਹੈ, ਹਟਾਉਣਾ ਹੈ। ਉਸ ਤੋਂ ਬਾਅਦ ਅਸੀਂ ਇਹਨੇ ਡਿਸਾਈਡ ਕਰਨਾ ਕਿ ਅਸੀਂ ਕੀ ਪੁੱਟ ਕਰੀਏ। ਸੋ ਮੇਰੇ ਪਾਸ ਇੱਥੇ ਕੀ ਬਣਦਾ ਹੈ, ਮੈਨੂੰ 17 ਚਾਹੀਦਾ ਸੀ। ਸੋ 2 ਨੇ ਕਾਮਨ ਵੀ ਜਾਣਾ ਤਾਂ ਇਹ 34 ਬਣਨਾ ਚਾਹੀਦਾ ਹੈ। ਸੋ ਜੇ 34 ਬਣਾਉਣਾ ਤਾਂ ਮੈਨੂੰ ਕਿੰਨਾ ਭਰਨਾ ਪਏਗਾ 35 ਪੁੱਟ ਕਰਨਾ ਪਏਗਾ। ਕੁਐਸਚਨ ਨੰਬਰ 10 ਦੇ ਵਿੱਚ ਸਾਡੇ ਪਾਸ ਹੈ ਇਫ ਦਾ ਸਮ ਆਫ ਫਸਟ P ਟਰਮਸ ਆਫ ਐਨ AP ਇਜ਼ ਇਕੁਅਲ ਟੂ ਸਮ ਆਫ ਫਸਟ Q ਟਰਮਸ। ਸੋ ਦੋ ਅਲੱਗ-ਅਲੱਗ ਟਰਮਸ ਦਾ ਅਸੀਂ ਸਮ ਲੈਣਾ ਹੈ P ਤੇ Q ਦਾ, ਦੋਵੇਂ ਕੀ ਨੇ ਸਾਡੇ ਪਾਸ ਇਕੁਅਲ ਨੇ। ਸੋ ਫਸਟ ਕੰਡੀਸ਼ਨ ਸਾਡੇ ਪਾਸ ਕੀ ਹੈ ਸਮ ਆਫ P ਟਰਮਸ। ਸੋ P ਦੇ ਲਈ ਸਾਡੇ ਪਾਸ ਫਾਰਮੂਲਾ ਕੀ ਬਣੇਗਾ N ਦੀ ਜਗ੍ਹਾ ਨੂੰ ਅਸੀਂ P ਲੈ ਲਾਂਗੇ। ਸੋ N ਨੂੰ ਅਸੀਂ ਰਿਪਲੇਸ ਕਰਤਾ P ਦੇ ਨਾਲ N ਓਵਰ 2 प्लस n माइनस वन की जगह पर किया गया P माइनस 1 इंटू डिफरेंस D। सो ये होगा साढ़े पास सम ऑफ फस्ट P टर्म्स दिस इज इक्वल टू सम ऑफ फस्ट Q टर्म्स। सो Q टर्म्स ਨੂੰ ਅਸੀਂ n ਦੀ ਜਗ੍ਹਾ ਤੇ Q ਲਿਖ ਦਾਂਗੇ Q ਓਵਰ 2a प्लस Q माइनस 1 इंटू D। सो दोनों साइड 2 है, ये तो कैंसिल आउट हो जाएगा। सो नैक्सट साढ़े पास की है दैन फाइंड द सम ऑफ फस्ट P प्लस Q टर्म्स। सो P प्लस Q टर्म्स का असी सम फाइंड करना है। सो जो साढ़े पास देखो P तो Q तो गिवन है एक तरीके फस्ट P फस्ट Q। सो P तो Q तो कॉन्सटेंट्स ने, सानू पता नहीं, सानू पता की नहीं है, ये नहीं पता फस्ट टर्म नहीं पता, कॉमन डिफरेंस नहीं पता। जो साढ़े पास कंडीशन एक होवे ते वेरीएबल्स मिसिंग टर्म्स 2 होण साढ़े पास ਤਾਂ ਅਸੀਂ ਕੋਈ ਰਿਲੇਸ਼ਨ ਤਾਂ ਬਣਾ ਸਕਦੇ ਹਾਂ, ਉਹਨਾਂ ਦੀ ਐਗਜ਼ੈਕਟ ਵੈਲਿਊਜ਼ ਨਹੀਂ ਫਾਈਂਡ ਕਰ ਸਕਦੇ। ਜੇ ਸਾਡੇ ਪਾਸ 2 ਟਰਮਸ ਮਿਸਿੰਗ ਨੇ ਤਾਂ ਸਾਨੂੰ ਕੰਡੀਸ਼ਨਸ ਵੀ 2 ਚਾਹੀਦੀਆਂ ਨੇ, ਤਦ ਅਸੀਂ ਉਹਨਾਂ ਦੀ ਐਕੂਰੇਟ ਵੈਲਿਊ ਜਿਹੜੀ ਫਾਈਂਡ ਕਰ ਸਕਦੇ ਹਾਂ। ਸੋ ਇੱਥੇ ਸਾਡੇ ਪਾਸ 2 ਵੈਲਿਊਜ਼ ਜਿਹੜੀਆਂ ਨੇ A ਤੇ D ਜਿਹੜੀਆਂ ਨੇ ਮਿਸਿੰਗ ਨੇ, ਬਟ ਸਾਡੇ ਪਾਸ ਜਿਹੜੀ ਕੰਡੀਸ਼ਨ ਹੈ ਰਿਲੇਸ਼ਨ ਸਾਨੂੰ ਦਿੱਤਾ ਹੈ ਉਹ ਇੱਕੋ ਦਿੱਤਾ ਹੈ। ਸੋ ਅਸੀਂ ਦੋਨਾਂ ਦੇ ਵਿੱਚ ਇੱਕ ਰਿਲੇਸ਼ਨ ਤਾਂ ਬਣਾ ਸਕਦੇ ਹਾਂ ਬਟ ਇਹਨਾਂ ਦੀ ਐਗਜ਼ੈਕਟ ਵੈਲਿਊ ਨਹੀਂ ਫਾਈਂਡ ਕਰ ਸਕਦੇ। ਸੋ ਰਿਲੇਸ਼ਨ ਕੀ ਹੈ ਉਹ ਆਪਾਂ ਬਣਾ ਕੇ ਦੇਖ ਲੈਂਦੇ ਇੱਥੇ। ਸੋ P ਇੰਟੂ 2a तो ये बन जाएगा 2ab प्लस P इंटू P ये बन जाएगा मेरे पास P स्केयर D P इंटू 1 P इंटू D पी डी इज इक्वल टू इसी तरह ही आ जाएगा मेरे पास 2a इंटू Q 2a इंटू Q प्लस Q इंटू Q स्केयर D माइनस Q इंटू 1 इज़ Q D। इतने मैं एक स्टैप शॉर्ट करता है, मैं इस Q ਨੂੰ डायरैक्टली ये मल्टीप्लाई करता है Q इंटू Q स्केयर इंटू D इज़ Q स्केयर D। सो Q इंटू 1 इज़ Q इंटू D इज़ Q D। सो मैं की करदा सेम टर्म्स ਜਿਹੜੀਆਂ ਨੇ ਲਾਈਕ 2AP है तो इत्थे 2AQ आ, ਇਹਨਾਂ ਨੂੰ बिल्कुल ਨਾਲ लिख ਲੈਣਾ। P स्केयर D है Q स्केयर D ਇਹਨਾਂ ਨੂੰ ਇਕੱਠਾ ਕਰ ਲੈਣਾ। PD है Q D है ਇਹਨਾਂ ਨੂੰ ਇਕੱਠਾ ਕਰ ਲੈਣਾ।
ਸੋ ਮੇਰੇ ਪਾਸ ਕੀ ਬਣ ਜਾਂਦਾ 2AP 2AQ ਇੱਧਰ ਆਏਗਾ ਮਾਈਨਸ ਹੋ ਜਾਏਗਾ, P ਸਕੇਅਰ D ਇੱਥੇ ਪਿਆ ਮੇਰੇ ਪਾਸ, ਇੱਧਰ ਆ ਕੇ Q ਸਕੇਅਰ D ਮਾਈਨਸ ਹੋ ਜਾਏਗਾ, ਮਾਈਨਸ PD ਇੱਥੇ ਪਿਆ ਹੈ, QD ਇੱਧਰ ਆ ਕੇ ਪਲੱਸ ਹੋ ਜਾਏਗਾ। ਦਿਸ ਇਜ਼ ਇਕੁਅਲ ਟੂ 0। ਸੋ ਇੱਥੇ 2A ਕਾਮਨ ਆਉਂਦਾ ਹੈ। ਸੋ ਮੈਂ ਨੈਕਸਟ ਸਟੈਪ ਦੇ ਵਿੱਚ 2A ਜਿਹੜਾ ਕਾਮਨ ਲੈ ਲੈਣਾ, ਵਿੱਚ ਕੀ ਰਹਿ ਗਿਆ P ਮਾਈਨਸ Q। ਇਸੇ ਤਰ੍ਹਾਂ ਇੱਥੇ D ਕਾਮਨ ਆਉਂਦਾ ਹੈ, ਵਿੱਚ ਕੀ ਰਹਿ ਗਿਆ P ਸਕੇਅਰ ਮਾਈਨਸ Q ਸਕੇਅਰ। ਇਸੇ ਤਰ੍ਹਾਂ ਜੇ ਮੈਂ ਇੱਥੇ ਵੀ P ਮਾਈਨਸ Q ਬਣਾਉਣਾ ਹੋਵੇ ਤਾਂ ਮੈਂ ਕੀ ਕਰਦਾ, ਮਾਈਨਸ D ਕਾਮਨ ਲੈ ਲੈਣਾ, P ਪਲੱਸ ਦਾ ਹੋ ਜਾਏਗਾ, Q ਮਾਈਨਸ ਦਾ ਹੋ ਜਾਏਗਾ, ਤਾਂ ਕਿ P ਮਾਈਨਸ Q P ਮਾਈਨਸ Q P ਮਾਈਨਸ Q। ਸੋ ਅਸੀਂ ਸਾਰਿਆਂ ਦੇ ਵਿੱਚੋਂ P ਮਾਈਨਸ Q ਜਿਹੜਾ ਹੈ ਉਹ ਕਾਮਨ ਲੈ ਲੈਂਦੇ ਹਾਂ। ਕਿਉਂ ਇੱਥੇ ਕਾਮਨ ਹੈ P ਮਾਈਨਸ Q ਹੈ, ਇਹ ਸਾਡੇ ਪਾਸ A ਸਕੇਅਰ ਮਾਈਨਸ B ਸਕੇਅਰ ਦਾ ਫਾਰਮੂਲਾ ਬਣਦਾ ਹੈ, ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ P ਮਾਈਨਸ Q P ਪਲੱਸ Q। ਸੋ ਮੈਂ P ਮਾਈਨਸ Q ਇੱਥੋਂ ਲੈ ਲੈਣਾ, ਇੱਥੋਂ ਕਾਮਨ, ਇੱਥੋਂ ਕਾਮਨ। ਸੋ ਵਿੱਚ ਕੀ ਰਹਿ ਗਿਆ ਮੇਰੇ ਪਾਸ, ਇੱਥੇ 2A ਰਹਿ ਗਿਆ, ਇੱਥੇ D ਰਹਿ ਗਿਆ, ਨਾਲ ਬ੍ਰੈਕਟ ਦੇ ਵਿੱਚ P ਪਲੱਸ Q ਰਹਿ ਗਿਆ, ਕਿਉਂਕਿ A ਸਕੇਅਰ ਮਾਈਨਸ B ਸਕੇਅਰ ਦਾ ਫਾਰਮੂਲਾ ਯੂਜ਼ ਕਰਾਂਗੇ ਆਪਾਂ, ਉਹ ਹੁੰਦਾ ਇਕੁਅਲ ਟੂ A ਮਾਈਨਸ B ਅਤੇ A ਪਲੱਸ B। ਸੋ A ਮਾਈਨਸ B ਬਾਹਰ ਚਲੇ ਗਿਆ, P ਮਾਈਨਸ Q ਬਾਹਰ ਚਲੇ ਗਿਆ, ਪਿੱਛੇ ਕੀ ਰਹਿ ਗਿਆ A ਪਲੱਸ B P ਪਲੱਸ Q। ਸੋ ਇੱਥੋਂ ਕੀ ਰਹਿ ਗਿਆ ਸਾਡੇ ਪਾਸ D ਇਕੁਅਲਸ 0। ਸਾਡੇ ਪਾਸ ਇੱਥੋਂ ਰਿਲੇਸ਼ਨ ਬਣ ਗਿਆ, ਦੋ ਟਰਮਸ ਦਾ ਜਿਹੜਾ ਪ੍ਰੋਡਕਟ ਆ ਰਿਹਾ ਸਾਡੇ ਪਾਸ ਇਹ ਵਾਲਾ ਇਕੁਅਲ ਟੂ 0 ਆ ਰਿਹਾ। ਸੋ ਜਾਂ ਤਾਂ ਇਹ 0 ਹੈ, ਦੈਟ ਮੀਨਸ P ਇਜ਼ ਇਕੁਅਲ ਟੂ Q। ਸੋ ਇਹ ਤਾਂ ਪੋਸੀਬਲ ਨਹੀਂ, ਕਿਉਂਕਿ ਡਿਫਰੈਂਟ ਟਰਮਸ ਦਿੱਤੀਆਂ ਨੇ ਸਾਨੂੰ। ਸੋ ਦੂਸਰੀ ਕੰਡੀਸ਼ਨ ਕੀ ਰਹਿ ਗਈ ਸਾਡੇ ਪਾਸ 2A, ਇੱਥੇ D ਕਾਮਨ ਲੈ ਲੈਂਦੇ ਆਪਾਂ, ਤਾਂ P ਪਲੱਸ Q ਇੱਥੇ ਕੀ ਰਹਿ ਜਾਏਗਾ -1 ਇੰਟੂ D ਇਕੁਅਲਸ 0। ਸੋ ਜਾਂ ਫਿਰ ਇਹ 0 ਹੈ। ਸੋ ਇਹ ਕੰਡੀਸ਼ਨ ਸਾਡੇ ਪਾਸ ਆ ਗਈ, ਅਸੀਂ ਰਿਲੇਸ਼ਨ ਬਣਾ ਲਿਆ ਹੈ ਕਿ 2 ਇੰਟੂ A ਪਲੱਸ P ਪਲੱਸ Q -1 ਇੰਟੂ D ਇਕੁਅਲਸ ਕੀ ਹੈ ਸਾਡੇ ਪਾਸ 0 ਹੈ। ਸੋ ਹੁਣ ਅਸੀਂ ਪ੍ਰੂਵ ਕੀ ਕਰਨਾ ਹੈ, ਤਾਂ ਅਸੀਂ ਪ੍ਰੂਵ ਕਰਨਾ ਹੈ ਦੈਨ ਫਾਈਂਡ ਦੀ ਸਮ ਆਫ ਫਸਟ P ਪਲੱਸ Q ਟਰਮਸ। ਸੋ ਜੋ ਅਸੀਂ ਰਿਲੇਸ਼ਨ ਡਰਾਈਵ ਕੀਤਾ ਹੈ ਇਹ ਵਾਲਾ, ਅਸੀਂ ਸਮ ਆਫ ਫਸਟ P ਪਲੱਸ Q ਟਰਮਸ ਦੇ ਵਿੱਚ ਇਸ ਰਿਲੇਸ਼ਨ ਨੂੰ ਯੂਜ਼ ਕਰਕੇ ਦੇਖਦੇ ਹਾਂ ਕਿ ਕੀ ਆਨਸਰ ਆਉਂਦਾ ਸਾਡੇ ਪਾਸ। ਸੋ ਸਮ ਆਫ ਫਸਟ P ਪਲੱਸ Q ਟਰਮਸ, ਸੋ n ਨੂੰ ਅਸੀਂ ਰਿਪਲੇਸ ਕਰਨਾ P ਪਲੱਸ Q ਦੇ ਨਾਲ। ਸੋ n/2 ਮੀਨਸ P ਪਲੱਸ Q ਓਵਰ 2, 2A ਪਲੱਸ n-1 ਹੁੰਦਾ ਹੈ, ਬਟ ਅਸੀਂ n ਦੀ ਜਗ੍ਹਾ 'ਤੇ ਕੀ ਲੈਣਾ P ਪਲੱਸ Q -1 ਇੰਟੂ D। ਸੋ ਆਹ ਵਾਲਾ ਜਿਹੜਾ ਰਿਲੇਸ਼ਨ ਹੈ ਮੈਂ ਹੁਣੇ ਫਾਈਂਡ ਕਰਕੇ ਹਟਿਆ ਕਿ 2A ਪਲੱਸ P ਪਲੱਸ Q -1 ਇੰਟੂ D ਇਜ਼ ਇਕੁਅਲ ਟੂ 0। ਸੋ ਮੇਰੇ ਪਾਸ ਕੀ ਬਣ ਗਿਆ P ਪਲੱਸ Q ਓਵਰ 2 ਮਲਟੀਪਲਾਈ 0। ਸੋ 0 ਦੇ ਨਾਲ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆਏਗਾ 0 ਆਏਗਾ। ਸੋ ਸਮ ਆਫ ਫਸਟ P ਪਲੱਸ Q ਟਰਮਸ ਕੀ ਬਣ ਗਿਆ ਸਾਡਾ 0 ਬਣ ਗਿਆ। ਕਿਉਂਕਿ ਆਹ ਵਾਲਾ ਜਿਹੜਾ ਰਿਲੇਸ਼ਨ ਹੈ ਅਸੀਂ ਡਰਾਈਵ ਕਰਕੇ ਹਟੇ ਹੋਣੇ ਕਿ ਇਹ ਕਿਸ ਦੇ ਬਰਾਬਰ ਹੈ 0 ਦੇ ਬਰਾਬਰ ਹੈ। ਸੋ ਇੱਥੇ ਤੱਕ ਕੁਐਸਚਨ ਲਿਜਾਣਾ ਥੋੜ੍ਹਾ ਔਖਾ ਸੀ, ਬਟ ਇਸ ਤੋਂ ਬਾਅਦ ਬਿਲਕੁਲ ਈਜ਼ੀ ਹੋ ਗਿਆ ਕਿਉਂਕਿ ਇਹ 0 ਹੈ ਤਾਂ ਅਸੀਂ 0 ਪੁੱਟ ਕਰਿਆ ਸਮ ਆਫ ਫਸਟ P ਪਲੱਸ Q ਟਰਮਸ ਦੇ ਵਿੱਚ, ਤਾਂ ਸਾਡਾ ਆਨਸਰ ਕੀ ਆ ਗਿਆ 0 ਆ ਗਿਆ। ਦੋਸਤੋ ਕੁਐਸਚਨ ਨੰਬਰ 11 ਦੇ ਵਿੱਚ ਸਾਨੂੰ ਗਿਵਨ ਹੈ ਸਮ ਆਫ ਫਸਟ P Q ਐਂਡ R ਟਰਮਸ ਆਫ ਐਨ AP ਆਰ A B ਐਂਡ C, ਅਤੇ ਅਸੀਂ ਇਹ ਪ੍ਰੂਵ ਕਰਨਾ ਹੈ A ਓਵਰ P ਇੰਟੂ Q ਮਾਈਨਸ R। ਸੋ ਫਸਟ ਕੀ ਹੈ ਸਾਡੇ ਪਾਸ ਸਮ ਆਫ ਫਸਟ P ਟਰਮਸ। ਸੋ ਸਮ ਆਫ ਫਸਟ P ਟਰਮਸ ਦੇ ਲਈ ਮੈਂ ਫਾਰਮੂਲਾ ਲਿਖ ਲਿਆ ਹੈ, n ਨੂੰ ਰਿਪਲੇਸ ਕਰਤਾ ਹੈ P ਦੇ ਨਾਲ, n/2 ਹੁੰਦਾ ਹੈ ਤਾਂ ਮੈਂ ਇੱਥੇ n ਦੀ ਜਗ੍ਹਾ 'ਤੇ ਕੀ ਲਿਖਤਾ ਹੈ P। ਸੋ A ਮੈਂ ਇਸ ਲਈ ਨਹੀਂ ਲਿਆ ਕਿਉਂਕਿ ਸਾਡੇ ਪਾਸ A ਜਿਹੜਾ ਹੈ ਇੱਥੇ ਗਿਵਨ ਹੈ ਸਾਨੂੰ A B ਅਤੇ C। ਸੋ ਮੈਂ ਇੱਥੇ ਕੈਪੀਟਲ A ਲੈ ਲਿਆ ਹੈ, ਇੱਥੇ ਕੈਪੀਟਲ D ਲੈ ਲਿਆ ਹੈ। ਸੋ ਸਮ ਆਫ P ਟਰਮਸ ਮੈਨੂੰ ਗਿਵਨ ਕੀ ਹੈ, ਦਿਸ ਇਜ਼ ਇਕੁਅਲ ਟੂ ਕੀ ਹੈ ਮੇਰੇ ਪਾਸ A ਹੈ। ਸੋ ਮੈਂ ਸਮ ਆਫ Q ਟਰਮਸ ਨਹੀਂ ਲਿਖਿਆ ਜੇ, ਬਟ ਮੈਂ ਇਸ ਨੂੰ ਕੰਪੇਅਰ ਕਰਕੇ ਦੇਖਦਾ ਇੱਥੇ ਕਿ ਮੇਰੇ ਪਾਸ ਕੀ ਹੈ A ਓਵਰ P। ਸੋ A ਓਵਰ P ਹੈ ਭਾਵ A ਮੇਰੇ ਪਾਸ ਹੈ ਇੱਥੇ, ਜੇਕਰ ਮੈਂ ਇਸ ਨੂੰ ਕ੍ਰੋਸ ਮਲਟੀਪਲਾਈ ਕਰਦੇ ਹਾਂ 2 ਉੱਪਰ ਮਲਟੀਪਲਾਈ ਹੋ ਜਾਏਗਾ P ਨੀਚੇ ਚਲੇ ਜਾਏਗਾ, ਤਾਂ ਮੇਰੇ ਪਾਸ A ਓਵਰ P ਜਿਹੜੀ ਹੈ ਟਰਮ ਬਣ ਜਾਏਗੀ। ਸੋ ਇੱਥੋਂ ਮੈਂ ਕੀ ਫਾਈਂਡ ਕਰ ਸਕਦਾ 2A ਪਲੱਸ P -1 ਇੰਟੂ D ਇਜ਼ ਇਕੁਅਲ ਟੂ 2 ਉੱਪਰ ਚਲੇ ਜਾਏਗਾ ਓਵਰ P। ਸੋ ਹੋਰ ਮੈਨੂੰ ਕੀ ਚਾਹੀਦਾ ਪ੍ਰੂਫ ਦੇ ਵਿੱਚ Q ਮਾਈਨਸ R,
ਤਾਂ ਮੈਂ ਦੋਨੋਂ ਸਾਈਡ ਇਸ ਨੂੰ ਕਿਊ ਮਾਈਨਸ ਆਰ ਦੇ ਨਾਲ ਮਲਟੀਪਲਾਈ ਕਰ ਲੈਣਾ ਤਾਂ ਕਿ ਮੈਨੂੰ ਇਸ ਪੂਰੀ ਟਰਮ ਦੀ ਜਿਹੜੀ ਵੈਲਿਊ ਹੈ ਇਸ ਦੀ ਫਾਈਂਡ ਹੋ ਜੇ। ਸੋ ਏ ਓਵਰ ਪੀ ਤਾਂ ਆ ਗਿਆ ਮੇਰੇ ਪਾਸ, ਤਾਂ ਕਿਊ ਮਾਈਨਸ ਆਰ ਚਾਹੀਦਾ ਮੈਨੂੰ। ਸੋ ਦੋਨੋਂ ਸਾਈਡ ਮੈਂ ਕੀ ਕਰਦਾ, ਮਲਟੀਪਲਾਈਂਗ ਬੋਥ ਸਾਈਡ ਬਾਏ ਕਿਊ ਮਾਈਨਸ ਆਰ। ਤਾਂ ਇਸ ਨੂੰ ਮੈਂ ਕਿਊ ਮਾਈਨਸ ਆਰ ਦੇ ਨਾਲ ਕੀ ਕਰਦਾ, ਮਲਟੀਪਲਾਈ 2 ਇੰਟੂ ਏ ਓਵਰ ਪੀ ਮਲਟੀਪਲਾਈ ਵਿਦ ਕਿਊ ਮਾਈਨਸ ਆਰ। ਸੋ ਮਲਟੀਪਲਾਈ ਕਰ ਲੈਂਦੇ ਕਿਊ ਮਾਈਨਸ ਆਰ ਨੂੰ ਵਿੱਚ। ਸੋ ਇਹ ਮੇਰੇ ਪਾਸ ਕੀ ਬਣੇਗਾ, 2a ਇੰਟੂ ਕਿਊ ਮਾਈਨਸ ਆਰ ਆ ਜਾਏਗਾ, ਪਲੱਸ ਇਹਨੂੰ ਵਿੱਚ p ਮਾਈਨਸ 1 ਇੰਟੂ ਕਿਊ ਮਾਈਨਸ ਆਰ ਇੰਟੂ ਡੀ ਆ ਜਾਏਗਾ, ਦੈਟ ਇਜ਼ ਇਕੁਅਲ ਟੂ 2a ਓਵਰ p ਕਿਊ ਮਾਈਨਸ ਆਰ। ਕੁਐਸਚਨ ਥੋੜ੍ਹਾ ਲੈਂਥੀ ਹੈ ਬਟ ਇਸਨੇ ਜਦੋਂ ਸੋਲਵ ਹੋਣਾ ਹੈ 1 ਸੈਕਿੰਡ 'ਚ ਸੋਲਵ ਹੋ ਜਾਣਾ ਹੈ। ਸੋ ਇੱਥੇ ਇਸ ਨੂੰ ਅਸੀਂ ਮਲਟੀਪਲਾਈ ਕਰ ਲੈਂਦੇ ਹਾਂ ਤਾਂ 2a ਕਿਊ ਬਣੇਗਾ ਮਾਈਨਸ 2a ਆਰ ਬਣੇਗਾ ਪਲੱਸ, ਸੋ ਇਹਨਾਂ ਨੂੰ ਮਲਟੀਪਲਾਈ ਕਰ ਲੈਂਦੇ ਹਾਂ। ਸਾਰਿਆਂ ਦੇ ਵਿੱਚ ਡੀ ਤਾਂ ਆਉਣਾ ਹੀ ਆਉਣਾ ਕਿਉਂਕਿ ਡੀ ਸਾਰਿਆਂ ਦੇ ਵਿੱਚ ਹੈ। ਸੋ p ਇੰਟੂ ਕਿਊ ਕੀ ਬਣੇਗਾ, ਪੀ ਕਿਊ, p ਇੰਟੂ ਆਰ ਕੀ ਬਣੇਗਾ ਮਾਈਨਸ ਪੀ ਆਰ, 1 ਇੰਟੂ ਕੀ ਬਣੇਗਾ ਕਿਊ, ਕਿਊ ਮਾਈਨਸ 1 ਇੰਟੂ ਆਰ ਬਣੇਗਾ ਪਲੱਸ ਆਰ, ਅਤੇ ਸਾਰਿਆਂ ਦੇ ਬਾਹਰ ਕੀ ਹੈ ਕਾਮਨ ਡੀ, ਦੈਟ ਇਜ਼ ਇਕੁਅਲ ਟੂ 2 ਇੰਟੂ ਏ ਓਵਰ ਪੀ ਬਰੈਕਟ ਜਾਏਗਾ ਕਿਊ ਮਾਈਨਸ ਆਰ। ਸੋ ਇਹ ਸਾਡੀ ਫਸਟ ਇਕੁਏਸ਼ਨ ਹੋ ਗਈ ਹੈ। ਫਸਟ ਪਾਰਟ ਜਿਹੜਾ ਸਾਡਾ ਇਕੁਏਸ਼ਨ ਜੋ ਅਸੀਂ ਫਾਈਂਡ ਕਰਨੀ ਸੀ ਇਹ ਵਾਲਾ, ਇਹਦੀ ਵੈਲਿਊ ਅਸੀਂ ਫਾਈਂਡ ਕਰ ਲਈ ਹੈ ਏ ਓਵਰ ਪੀ ਕਿਊ ਮਾਈਨਸ ਆਰ। 2 ਜ਼ਿਆਦਾ ਮੈਟਰ ਨਹੀਂ ਕਰਦਾ, ਤਾਂ ਇਹ ਸਾਡੇ ਪਾਸ ਰਿਜ਼ਲਟ ਆ ਗਿਆ ਹੈ। ਸੋ ਜਿਹੜਾ ਸਾਡੇ ਪਾਸ ਇਹ ਪਾਰਟ ਹੈ ਇਸ ਨੂੰ ਦੇਖ ਕੇ ਅਸੀਂ ਦੂਸਰਾ ਜਿਹੜਾ ਇਕੁਏਸ਼ਨ ਹੈ ਉਹ ਲਿਖ ਸਕਦੇ ਹਾਂ। ਲਾਈਕ ਦੇਖੋ ਇਹ ਤਾਂ ਸਾਡੀ ਫਸਟ ਟਰਮ ਹੈ ਡੀ, ਏ ਅਤੇ ਡੀ ਚੇਂਜ ਨਹੀਂ ਹੋ ਸਕਦੇ, ਬਾਕੀ ਦੀਆਂ ਟਰਮਾਂ ਮੈਂ ਨੈਕਸਟ ਕਰਕੇ ਚੇਂਜ ਕਰ ਸਕਦਾ। ਲਾਈਕ ਕਿਊ ਤੋਂ ਨੈਕਸਟ ਟਰਮ ਆਰ ਹੁੰਦੀ ਹੈ, ਆਰ ਤੋਂ ਨੈਕਸਟ ਟਰਮ ਪੀ ਹੁੰਦੀ ਹੈ, ਕਿਉਂਕਿ ਜੇ ਅਸੀਂ ਰੋਟੇਸ਼ਨ ਦੇ ਵਿੱਚ ਚੱਲਣਾ ਪੀ ਕਿਊ ਆਰ। ਸੋ ਕਿਊ ਤੋਂ ਨੈਕਸਟ ਟਰਮ ਆਰ, ਆਰ ਤੋਂ ਨੈਕਸਟ ਟਰਮ ਪੀ, ਪੀ ਤੋਂ ਨੈਕਸਟ ਟਰਮ ਕਿਊ, ਕਿਊ ਤੋਂ ਨੈਕਸਟ ਟਰਮ ਆਰ, ਆਰ ਤੋਂ ਨੈਕਸਟ ਟਰਮ ਪੀ, ਏ ਤੋਂ ਨੈਕਸਟ ਟਰਮ ਬੀ, ਪੀ ਤੋਂ ਨੈਕਸਟ ਟਰਮ ਕਿਊ, ਕਿਊ ਤੋਂ ਨੈਕਸਟ ਟਰਮ ਆਰ, ਆਰ ਤੋਂ ਨੈਕਸਟ ਟਰਮ ਪੀ। ਸਾਡਾ ਸੈਕੰਡ ਰਿਲੇਸ਼ਨ ਬਣ ਜਾਏਗਾ। ਸਾਨੂੰ ਇਹ ਕੰਪਲੀਟਲੀ ਦੁਬਾਰਾ ਕਰਨ ਦੀ ਜ਼ਰੂਰਤ ਨਹੀਂ ਹੈ, ਦੁਬਾਰਾ ਵੀ ਕਰ ਸਕਦੇ ਹੋ, ਆਨਸਰ ਇੱਥੇ ਹੀ ਆਉਣਾ ਹੈ, ਬਟ ਟ੍ਰਿਕੀ ਹੈ ਜੇਕਰ ਇਸ ਤਰ੍ਹਾਂ ਕਰ ਲਓ ਤੁਸੀਂ। ਸੋ ਦੂਸਰੀ ਕੰਡੀਸ਼ਨ ਦੇ ਵਿੱਚ ਸਾਡੇ ਪਾਸ ਸਮ ਆਫ ਕਿਊ ਟਰਮਸ ਹੈ। ਸੋ ਕਿਊ ਓਵਰ 2, 2a ਪਲੱਸ ਕਿਊ ਮਾਈਨਸ 1 ਇੰਟੂ ਡੀ ਇਕੁਅਲ ਟੂ ਕੀ ਆਉਣਾ ਚਾਹੀਦਾ ਹੈ b ਦੇ। ਸੋ ਮੈਂ ਇਸ ਨੂੰ ਫਸਟ ਦੇ ਨਾਲ ਕੰਪੇਅਰ ਕਰ ਸਕਦਾ, ਇੱਥੇ a ਹੈ। ਸੋ ਮੈਂ ਕੀ ਕੀਤਾ ਸੀ, ਇਹਦੇ ਵਿੱਚ 2 ਉੱਪਰ ਲੈ ਕੇ ਗਿਆ ਸੀ, p ਨੂੰ ਨੀਚੇ ਲੈ ਆਇਆ ਸੀ, ਤਾਂ ਇਸ ਦੇ ਵਿੱਚ ਸਾਡੇ ਪਾਸ 2 ਉੱਪਰ ਚਲੇ ਜਾਏਗਾ, ਕਿਊ ਨੀਚੇ ਆ ਜਾਏਗਾ, ਅਤੇ ਜੋ ਅਸੀਂ ਪ੍ਰੂਵ ਕਰਨਾ ਹੈ ਆਰ ਮਾਈਨਸ ਪੀ, ਤਾਂ ਆਰ ਮਾਈਨਸ ਪੀ ਦੇ ਨਾਲ ਅਸੀਂ ਮਲਟੀਪਲਾਈ ਕਰਾਂਗੇ। ਸੋ ਸਾਡੇ ਪਾਸ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਪਾਸ ਇਹੀ ਰਿਲੇਸ਼ਨ ਆ ਜਾਣਾ ਹੈ। ਤਾਂ ਇਸ ਨੂੰ ਅਸੀਂ ਕੰਪੇਅਰ ਕਰਕੇ ਲਿਖ ਸਕਦੇ ਹਾਂ ਕਿ ਕੀ ਆਨਸਰ ਆਏਗਾ ਸਾਡੇ ਪਾਸ। ਸਾਡੇ ਪਾਸ ਆਨਸਰ ਕੀ ਆਊਗਾ, 2a, ਤੁਸੀਂ ਸੋਲਵ ਕਰਕੇ ਦੇਖ ਸਕਦੇ ਹੋ, 2a ਕਿਊ ਨੂੰ ਨੈਕਸਟ ਟਰਮ ਲਿਖਣੀ ਹੈ ਅਸੀਂ, ਕਿਊ ਤੋਂ ਨੈਕਸਟ ਟਰਮ ਹੈ ਆਰ, ਆਰ ਤੋਂ ਨੈਕਸਟ ਟਰਮ ਹੈ ਪੀ ਪਲੱਸ ਪੀ ਤੋਂ ਨੈਕਸਟ ਟਰਮ ਹੈ ਕਿਊ ਮਾਈਨਸ 1 ਹੀ ਰਹਿਣਾ, ਕਿਊ ਤੋਂ ਨੈਕਸਟ ਟਰਮ ਹੈ ਆਰ, ਅਤੇ ਆਰ ਤੋਂ ਨੈਕਸਟ ਟਰਮ ਹੈ ਪੀ ਇੰਟੂ ਡੀ ਇਜ਼ ਇਕੁਅਲ ਟੂ 2 ਇੰਟੂ ਏ ਤੋਂ ਨੈਕਸਟ ਟਰਮ ਸਾਡੇ ਪਾਸ ਬੀ, ਪੀ ਤੋਂ ਨੈਕਸਟ ਟਰਮ ਸਾਡੇ ਪਾਸ ਕਿਊ, ਅਤੇ ਕਿਊ ਤੋਂ ਨੈਕਸਟ ਟਰਮ ਸਾਡੇ ਪਾਸ ਆਰ, ਅਤੇ ਆਰ ਤੋਂ ਨੈਕਸਟ ਟਰਮ ਸਾਡੇ ਪਾਸ ਪੀ। ਇਸੇ ਤਰ੍ਹਾਂ ਇੱਥੋਂ ਹੀ ਅਸੀਂ ਥਰਡ ਇਕੁਏਸ਼ਨ ਵੀ ਲਿਖ ਸਕਦੇ ਹਾਂ ਜੇ ਤੀਸਰੀ ਇਕੁਏਸ਼ਨ ਲਿਖਣੀ ਹੋਵੇ ਜਿਹੜੀ ਸਮ ਆਫ ਆਰ ਟਰਮਸ ਹੈ। ਸੋ ਇਹ 'ਤੇ ਕੰਪੇਅਰ ਕਰ ਸਕਦੇ ਹਾਂ ਅਸੀਂ, 2 ਇੰਟੂ ਏ, ਆਰ ਦੀ ਜਗ੍ਹਾ 'ਤੇ ਕੀ ਆਏਗਾ ਪੀ, ਪੀ ਦੀ ਜਗ੍ਹਾ 'ਤੇ ਕਿਊ ਨੈਕਸਟ, ਸੋ ਕਿਊ ਦੀ ਜਗ੍ਹਾ 'ਤੇ ਆਰ ਮਾਈਨਸ 1 ਇੰਟੂ ਆਰ ਦੀ ਜਗ੍ਹਾ 'ਤੇ ਪੀ ਮਾਈਨਸ ਪੀ ਦੀ ਜਗ੍ਹਾ 'ਤੇ ਕਿਊ ਇੰਟੂ ਡੀ ਇਜ਼ ਇਕੁਅਲ ਟੂ 2 ਬੀ ਦੀ ਜਗ੍ਹਾ 'ਤੇ ਸੀ, ਕਿਊ ਦੀ ਜਗ੍ਹਾ 'ਤੇ ਆਰ ਇੰਟੂ ਆਰ ਦੀ ਜਗ੍ਹਾ 'ਤੇ ਪੀ, ਅਤੇ ਪੀ ਦੀ ਜਗ੍ਹਾ 'ਤੇ ਕਿਊ। ਸੋ ਚਾਹੇ ਤੁਸੀਂ ਇਸ ਨੂੰ ਚੈੱਕ ਕਰਕੇ ਦੇਖ ਲਓ, ਅਸੀਂ ਇਹੀ ਪ੍ਰੂਵ ਕਰਨਾ ਸੀ। ਸੀ ਓਵਰ ਆਰ ਪੀ ਮਾਈਨਸ ਕਿਊ, ਸੀ ਓਵਰ ਆਰ ਪੀ ਮਾਈਨਸ ਕਿਊ।
ਸੋ ਇੱਥੋਂ ਸਿਰਫ ਇੱਕ ਸਟੈਪ ਰਹਿ ਗਿਆ ਸਾਡੇ ਨੂੰ ਮਲਟੀਪਲਾਈ ਕਰਨ ਦਾ ਅਤੇ ਇੱਕ ਸਾਈਡ ਕਲੈਕਟ ਕਰਨ ਦਾ। ਤਾਂ ਸਾਡੇ ਪਾਸ ਕੀ ਆਏਗਾ 2a ਇੰਟੂ ਆਰ 2a ਇੰਟੂ ਪੀ Q into R is QR, Q into P is QP, 1 into R is minus R, plus P into D is equal to 2B over Q R minus P। ਇਹ ਸੈਕੰਡ ਇਕੁਏਸ਼ਨ। ਇਸੇ ਤਰ੍ਹਾਂ ਇੱਥੋਂ ਸਾਡੇ ਪਾਸ ਕੀ ਬਣੇਗਾ 2A into P minus 2A into Q plus R into P R into Q minus 1 into P plus Q into D is equal to 2C over R into P minus Q। ਇਹ ਸਾਡੀ ਹੋ ਗਈ ਥਰਡ ਇਕੁਏਸ਼ਨ। ਸੋ ਸੈਕੰਡ ਥਰਡ ਜੇ ਮੈਂ ਧਿਆਨ ਨਾਲ ਦੇਖਾਂ, ਦੇਖੋ 2AR 2AP 2AP ਨੈਗੇਟਿਵ ਦੇ ਵਿੱਚ ਹੈ, ਇਹ ਪੋਜ਼ੀਟਿਵ ਦੇ ਵਿੱਚ ਹੈ। ਇਹਨਾਂ ਨੂੰ ਸਾਰਿਆਂ ਨੂੰ ਅਸੀਂ ਐਡ ਕਰਨਾ ਹੈ, ਜੋ ਅਸੀਂ ਪ੍ਰੂਵ ਕਰਨਾ ਹੈ। ਜਦੋਂ ਅਸੀਂ ਇਹਨਾਂ ਨੂੰ ਐਡ ਕਰਾਂਗੇ ਫਸਟ ਇਕੁਏਸ਼ਨ, ਸੈਕੰਡ ਇਕੁਏਸ਼ਨ ਅਤੇ ਥਰਡ ਇਕੁਏਸ਼ਨ, ਜਿਹੜੀਆਂ ਲੈਫਟ ਸਾਈਡ ਦੀਆਂ ਟਰਮਸ ਨੇ ਸਾਰੀਆਂ ਕੈਂਸਲ ਆਊਟ ਹੋ ਜਾਣਗੀਆਂ। ਮੈਂ ਇੱਥੇ ਫਸਟ ਇਕੁਏਸ਼ਨ ਵੀ ਲਿਖ ਲੈਣਾ ਹੈ। ਫਸਟ ਇਕੁਏਸ਼ਨ ਸੀ ਸਾਡੇ ਪਾਸ 2AQ ਮਾਈਨਸ 2AR ਪਲਸ PQ ਮਾਈਨਸ PR ਮਾਈਨਸ Q plus R into D is equal to 2A over P ਬ੍ਰੈਕਟ ਦੇ ਵਿੱਚ ਸੀ ਸਾਡੇ ਪਾਸ Q ਮਾਈਨਸ R। ਇਹ ਸਾਡੀ ਸੀ ਫਸਟ। ਸੋ ਜੇ ਮੈਂ ਰਾਈਟ ਹੈਂਡ ਸਾਈਡ ਨੂੰ ਐਡ ਕਰਾਂ ਦਿਸ ਵਨ ਅਤੇ ਦਿਸ ਵਨ, ਸਾਡਾ ਜੋ ਕੁਐਸ਼ਨ ਹੈ ਉਹ ਬਣਦਾ ਹੈ। ਜਦੋਂ ਮੈਂ ਇਸ ਵਾਲੇ ਪਾਰਟ ਨੂੰ ਐਡ ਕਰਾਂਗਾ, ਤੀਸਰੀ ਇਕੁਏਸ਼ਨ ਇਸ ਵਾਲੇ ਪਾਰਟ ਨੂੰ ਅਤੇ ਚੌਥੀ ਇਸ ਵਾਲੇ ਨੂੰ, ਦੇਖੋ 2AR ਮਾਈਨਸ 2AR ਇਹ ਕੈਂਸਲ ਆਊਟ ਹੋ ਜਾਣਗੇ, ਮਾਈਨਸ 2AP ਪਲਸ 2AP ਇਹ ਵੀ ਕੈਂਸਲ ਆਊਟ ਹੋ ਜਾਏਗਾ, ਮਾਈਨਸ 2AQ ਪਲਸ 2AQ। ਤਾਂ ਸਾਰੇ ਪਾਰਟ ਕੀ ਨੇ ਆਪਸ ਦੇ ਵਿੱਚ ਸੇਮ ਨੇ, ਜੇ ਤੁਸੀਂ ਐਡ ਕਰਾਂਗੇ ਕੈਂਸਲ ਆਊਟ ਹੋ ਜਾਣਗੇ। ਇਸੇ ਤਰ੍ਹਾਂ ਇਹਦੇ ਵਿੱਚ ਸਾਰਿਆਂ 'ਚ D ਹੈ, ਦੇਖੋ QR ਇਹ ਪਲੱਸ ਹੈ, ਇਹ ਮਾਈਨਸ ਹੈ, QP PQ ਇਹ ਵੀ ਕੈਂਸਲ ਹੋ ਜਾਏਗਾ, ਮਾਈਨਸ R ਪਲੱਸ R ਪਲੱਸ P ਮਾਈਨਸ P ਕੈਂਸਲ ਹੋ ਗਿਆ। ਇਹਦੇ ਵਿੱਚ ਬਚ ਗਿਆ PR ਪਲੱਸ ਦਾ, ਇਹਦੇ ਵਿੱਚ PR ਮਾਈਨਸ, ਇਹਦੇ ਵਿੱਚ ਪਲੱਸ Q ਇਹਦੇ ਵਿੱਚ ਮਾਈਨਸ Q। ਜਦੋਂ ਅਸੀਂ 1 2 ਅਤੇ 3 ਨੂੰ ਐਡ ਕਰਾਂਗੇ ਸਾਰੀਆਂ ਟਰਮਸ ਕੀ ਹੋ ਜਾਣਗੀਆਂ ਕੈਂਸਲ ਆਊਟ ਹੋ ਜਾਣਗੀਆਂ। ਸੋ ਐਡਿੰਗ 1 2 ਐਂਡ 3 ਪਲੀਜ਼ ਤੁਸੀਂ ਐਡ ਕਰਕੇ ਦਿਖਾ ਦੇਣਾ ਇਹਨਾਂ ਨੂੰ ਲਿਖ ਕੇ ਸਾਰੀਆਂ ਨੂੰ ਲਾਈਨ ਦੇ ਵਿੱਚ, ਫਿਰ ਕੈਂਸਲ ਆਊਟ ਕਰਨਾ ਹੈ ਨੈਗੇਟਿਵ ਨੂੰ ਪੋਜ਼ੀਟਿਵ ਦੇ ਨਾਲ। ਮੈਂ ਇੱਥੇ ਸ਼ੋਅ ਕਰਤਾ ਹੈ ਕਿ ਕੈਂਸਲ ਹੋ ਰਹੇ ਨੇ। ਸੋ ਰਾਈਟ ਸਾਈਡ 'ਤੇ ਮੇਰੇ ਪਾਸ ਕੀ ਆਊਗਾ 2 into A over P Q minus R plus 2 into B over Q into R minus P plus 2 into C over R into P minus Q। ਸੋ ਰਾਈਟ ਹੈਂਡ ਸਾਈਡ ਕੀ ਹੋਊਗੀ ਸਾਡੀ 0, ਲੈਫਟ ਹੈਂਡ ਸਾਈਡ ਸੌਰੀ। ਸੋ 2 ਸਾਰਿਆਂ ਦੇ ਵਿੱਚ ਕਾਮਨ ਹੈ, ਸੋ 2 ਤਾਂ 0 ਹੋ ਨਹੀਂ ਸਕਦਾ, ਅਸੀਂ ਕਾਮਨ ਲੈ ਕੇ ਇਸ ਨੂੰ 2 ਦੇ ਨਾਲ ਕੀ ਕਰ ਦਿੰਦੇ ਹਾਂ ਡਿਵਾਈਡ। ਸੋ 2 ਕੈਂਸਲ ਆਊਟ ਹੋ ਜਾਏਗਾ। ਸੋ ਸਾਡੇ ਪਾਸ ਜਿਹੜਾ ਬਾਕੀ ਦਾ ਰਿਲੇਸ਼ਨ ਬਚ ਗਿਆ ਵਾਲਾ, ਸੋ ਇਹ ਕੀ ਹੈਗਾ ਸਾਡੇ ਪਾਸ 0, ਹੈਂਸ ਪ੍ਰੂਵਡ। ਕੁਐਸਚਨ ਥੋੜ੍ਹਾ ਜਿਹਾ ਔਖਾ ਹੈ, ਕੈਲਕੂਲੇਸ਼ਨ ਬਹੁਤ ਜ਼ਿਆਦਾ ਹੈ, ਥੋੜ੍ਹੀ ਜਿਹੀ ਸਪੇਸ ਜ਼ਿਆਦਾ ਚਾਹੀਦੀ ਹੈ ਇਸ ਨੂੰ ਸੋਲਵ ਕਰਨ ਦੇ ਲਈ, ਕਿਉਂਕਿ ਟਰਮਸ ਬਹੁਤ ਨੇ ਜਿਨ੍ਹਾਂ ਨੇ ਕੈਂਸਲ ਆਊਟ ਹੋਣਾ ਹੈ। ਲਾਈਕ ਇੱਥੇ 6 ਟਰਮਸ ਹੋ ਗਈਆਂ ਨੇ ਸਾਡੇ ਪਾਸ, 4 ਇੱਥੇ ਨੇ, 4 4 8 4 12 ਟਰਮਸ ਇਹ ਹੋਣਗੀਆਂ ਨੇ ਕੈਂਸਲ ਕਰਨ ਦੇ ਲਈ। ਇਸੇ ਤਰ੍ਹਾਂ ਇਹ ਵੀ ਸਾਡੇ ਪਾਸ ਕਾਫੀ ਮੈਟਰ ਹੈ। ਸੋ ਜਦੋਂ ਤੁਸੀਂ ਡਿਟੇਲ ਦੇ ਵਿੱਚ ਕਰੋਗੇ ਤਾਂ ਤੁਹਾਡਾ ਹੋ ਜਾਏਗਾ। ਉਮੀਦ ਹੈ ਦੋਸਤੋ ਇਹ ਕੁਐਸਚਨ ਤੁਹਾਨੂੰ ਕਲੀਅਰ ਹੋਏਗਾ। ਇਸ ਤੋਂ ਬਾਅਦ ਸਾਡੇ ਪਾਸ ਨੈਕਸਟ ਕੁਐਸਚਨ। ਸੋ ਨੈਕਸਟ ਸਾਡੇ ਪਾਸ ਕੁਐਸਚਨ ਨੰਬਰ 12 ਹੈ। ਦੀ ਰੇਸ਼ੋ ਆਫ ਸਮਸ ਆਫ M ਐਂਡ N ਟਰਮਸ ਆਫ ਐਨ AP। ਸੋ ਸਾਡੇ ਪਾਸ ਰੇਸ਼ੋ ਗਿਵਨ ਹੈ ਕਿਹਦੀ, ਸਮ ਆਫ M ਟਰਮਸ ਐਂਡ N ਟਰਮਸ। ਸੋ ਮੈਂ ਇੱਕ ਤਾਂ SM ਫਾਈਂਡ ਕਰਨਾ ਹੈ, ਸਮ ਆਫ M ਟਰਮਸ। ਸੋ ਇਹ ਕੀ ਆਏਗਾ M over 2 2A ਪਲੱਸ M ਨੂੰ ਰਿਪਲੇਸ ਕਰਤਾ ਸੀ
n ਨੂੰ ਰਿਪਲੇਸ ਕਰਤਾ m ਦੇ ਨਾਲ, ਕਿਉਂਕਿ ਫਾਰਮੂਲੇ ਦੇ ਵਿੱਚ ਕੀ ਹੁੰਦਾ ਹੈ, n ਹੁੰਦਾ ਹੈ। ਸੋ ਸਮ ਆਫ m ਟਰਮਸ ਹੋ ਗਿਆ। ਦੂਸਰਾ ਕੀ ਚਾਹੀਦਾ ਸਾਨੂੰ, ਸਮ ਆਫ n ਟਰਮਸ। ਇਹੀ ਕੰਡੀਸ਼ਨ ਹੈ ਸਾਡੀ। ਤਾਂ ਸਮ ਆਫ n ਟਰਮਸ ਕਿਵੇਂ ਫਾਈਂਡ ਕਰਦੇ ਅਸੀਂ, n/2 2a ਪਲੱਸ n-1 ਇੰਟੂ d। ਸੋ ਰੇਸ਼ੋ ਕਿਸ ਦੇ ਇਕੁਅਲ ਗਿਵਨ ਹੈ ਸਾਨੂੰ, m² ਓਵਰ n²। ਸੋ ਇੱਥੇ ਸਾਡੇ ਪਾਸ ਸੇਮ ਸਿਚੁਏਸ਼ਨ ਬਣ ਗਈ ਹੈ ਕੁਐਸਚਨ ਨੰਬਰ 10 ਵਾਲੀ। m ਅਤੇ n ਤਾਂ ਸਾਨੂੰ ਗਿਵਨ ਨੇ, m ਅਤੇ n ਤਾਂ ਕੋਈ ਕੌਂਸਟੈਂਟਸ ਨੇ। ਸੋ ਸਾਡੇ ਪਾਸ ਕੰਡੀਸ਼ਨ ਇੱਕੋ ਹੈ, ਤਾਂ ਇਹਦਾ ਮਤਲਬ a ਅਤੇ d ਕੀ ਨੇ, ਸਾਡੇ ਕੋਲ ਵੇਰੀਏਬਲਸ ਨੇ। ਤਾਂ ਅਸੀਂ ਦੋ ਵੇਰੀਏਬਲਸ ਨੇ ਅਤੇ ਰਿਲੇਸ਼ਨ ਇੱਕ ਹੈ, ਕੰਡੀਸ਼ਨ ਇੱਕ ਹੈ, ਤਾਂ ਅਸੀਂ ਇਹਨਾਂ ਦੇ ਵਿੱਚ ਕੋਈ ਰਿਲੇਸ਼ਨ ਤਾਂ ਬਣਾ ਸਕਦੇ ਹਾਂ, ਬਟ ਇਹਨਾਂ ਦੀ ਐਗਜ਼ੈਕਟ ਵੈਲਿਊ ਨਹੀਂ ਫਾਈਂਡ ਕਰ ਸਕਦੇ। ਸੋ ਇਸ ਕੁਐਸਚਨ ਦੇ ਵਿੱਚ ਵੀ ਅਸੀਂ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। 2 ਨਾਲ 2 ਕੀ ਹੋ ਜਾਏਗਾ, ਕੈਂਸਲ ਹੋ ਜਾਏਗਾ। ਸੋ ਇੱਥੇ ਮੇਰੇ ਪਾਸ ਕੀ ਰਹਿ ਗਿਆ, m ਇੰਟੂ 2a ਪਲੱਸ m-1 ਇੰਟੂ d ਓਵਰ n ਇੰਟੂ 2a ਪਲੱਸ n-1 ਇੰਟੂ d ਇਜ਼ ਇਕੁਅਲ ਟੂ m² ਓਵਰ n²। ਸੋ m ਇੱਧਰ ਵੀ ਹੈ, ਇੱਕ m ਕੱਟ ਜਾਏਗਾ, n ਇੱਧਰ ਵੀ ਹੈ, ਇੱਕ n ਕੱਟ ਜਾਏਗਾ। ਸੋ ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਕ੍ਰੋਸ ਮਲਟੀਪਲਾਈ। ਜੋ ਸਾਡੀ ਟਰਮ ਰਹਿ ਗਈਆਂ ਨੇ ਉਹਨਾਂ ਨੂੰ ਅਸੀਂ ਮਲਟੀਪਲਾਈ ਕਰ ਲੈਂਦੇ ਹਾਂ, ਕ੍ਰੋਸ ਮਲਟੀਪਲਾਈ ਕਰ ਲੈਂਦੇ ਹਾਂ। n ਇੱਧਰ ਮਲਟੀਪਲਾਈ ਹੋਏਗਾ, ਸੋ n ਇੰਟੂ 2a ਪਲੱਸ m-1 ਇੰਟੂ d ਇਕੁਅਲਸ m ਇੱਧਰ ਮਲਟੀਪਲਾਈ ਹੋਏਗਾ, m ਇੰਟੂ 2a ਪਲੱਸ n-1 ਇੰਟੂ d। ਸੋ ਇੱਥੇ ਬ੍ਰੈਕਟ ਕਲੋਜ਼ ਕਰ ਦਿੰਦੇ ਆਪਾਂ। ਤਾਂ ਵਿੱਚ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਤਾਂ ਸਾਡੇ ਪਾਸ ਕੀ ਆਉਂਦਾ, 2a ਇੰਟੂ n, n ਇੰਟੂ m ਇੰਟੂ d। ਇੱਕ ਸਟੈਪ ਮੈਂ ਸ਼ਾਰਟ ਕਰ ਰਿਹਾ ਕਿਉਂਕਿ ਇਹ ਕੀ ਬਣਨਾ ਮੇਰੇ ਪਾਸ, md ਮਾਈਨਸ d। ਤਾਂ ਇਹਨੂੰ ਇਹਦੇ ਨਾਲ ਜਦੋਂ ਮੈਂ ਮਲਟੀਪਲਾਈ ਕਰੂੰਗਾ ਕੀ ਬਣੇਗਾ, n m d ਮਾਈਨਸ n d। ਮੈਂ ਇਕੱਠਾ ਹੀ ਮਲਟੀਪਲਾਈ ਕਰ ਲਿਆ, n ਇੰਟੂ m ਇੰਟੂ d, n ਇੰਟੂ 1 ਇੰਟੂ d। ਇਸੇ ਤਰ੍ਹਾਂ ਇੱਥੇ m ਇੰਟੂ 2a, ਇਹ ਬਣ ਗਿਆ 2a m ਇੰਟੂ n ਇੰਟੂ d, m d ਮਾਈਨਸ m ਇੰਟੂ 1 ਇੰਟੂ d, ਸੋ m d। ਸੋ ਅਸੀਂ ਲਾਸਟ ਕੁਐਸਚਨ ਦੀ ਤਰ੍ਹਾਂ ਲਾਈਕ ਟਰਮਸ 2am ਇਹਨਾਂ ਨੂੰ ਇੱਕ ਸਾਈਡ ਇਕੱਠਾ ਕਰ ਲੈਂਦੇ ਹਾਂ, n-m-d m-n-d ਤਾਂ ਕੈਂਸਲ ਆਊਟ ਹੋ ਗਿਆ, ਸੇਮ ਟਰਮਸ ਨੇ। ਸੋ n-d ਅਤੇ m-d ਇਹਨਾਂ ਨੂੰ ਇੱਕ ਸਾਈਡ ਇਕੱਠਾ ਕਰ ਲੈਂਦੇ ਹਾਂ ਤਾਂ ਕਿ ਕੋਈ ਰਿਲੇਸ਼ਨ ਬਣ ਸਕੇ। ਸੋ 2an ਮਾਈਨਸ 2am ਮਾਈਨਸ n-d m-d ਇੱਧਰ ਆ ਕੇ ਕੀ ਹੋ ਜਾਏਗਾ, ਪਲੱਸ ਇਕੁਅਲਸ 0। ਸੋ ਫਸਟ 2 ਦੇ ਵਿੱਚੋਂ ਅਸੀਂ ਕਾਮਨ ਲੈ ਲੈਂਦੇ ਹਾਂ, 2a ਕਾਮਨ ਵਿੱਚ ਰਹਿ ਗਿਆ n ਮਾਈਨਸ m। ਇਸੇ ਤਰ੍ਹਾਂ ਇੱਥੇ ਅਸੀਂ d ਕਾਮਨ ਲੈ ਲੈਂਦੇ ਹਾਂ, ਮਾਈਨਸ d, ਤਾਂ n ਪੋਜ਼ੀਟਿਵ ਹੋ ਜਾਏਗਾ, m ਨੈਗੇਟਿਵ ਹੋ ਜਾਏਗਾ, ਇਕੁਅਲਸ 0। n ਮਾਈਨਸ m, n-1 m ਕਾਮਨ ਆ ਜਾਏਗਾ ਸਾਡਾ। ਸੋ ਪਿੱਛੇ ਕੀ ਰਹਿ ਗਿਆ, 2a ਮਾਈਨਸ d ਰਹਿ ਗਿਆ ਸਾਡਾ। ਸੋ ਜਾਂ ਤਾਂ ਦੋਨੇ ਨੰਬਰਾਂ ਨੂੰ ਗੁਣਾ ਕਰਨ ਤੋਂ ਬਾਅਦ ਸਾਡੇ ਪਾਸ ਕੀ ਆ ਰਿਹਾ, 0 ਆ ਰਿਹਾ। ਸੋ ਜਾਂ ਤਾਂ ਫਸਟ ਟਰਮ 0 ਹੈ ਜਾਂ ਸੈਕੰਡ 0 ਹੈ। ਸੋ ਈਦਰ n ਮਾਈਨਸ m ਇਜ਼ ਇਕੁਅਲ ਟੂ 0 ਔਰ 2a ਮਾਈਨਸ d ਇਜ਼ ਇਕੁਅਲ ਟੂ 0। ਦੈਟ ਮੀਨਸ d ਇਜ਼ ਇਕੁਅਲ ਟੂ ਕੀ ਆ ਗਿਆ, 2 ਟਾਈਮਸ ਆਫ a ਆ ਗਿਆ, ਜਾਂ ਸਾਡੇ ਕੋਲ n ਇਜ਼ ਇਕੁਅਲ ਟੂ ਕੀ ਆ ਗਿਆ, m ਆ ਗਿਆ। ਸੋ ਇਹਦੀ ਪੋਸੀਬਿਲਿਟੀ ਘੱਟ ਹੈ ਕਿਉਂਕਿ ਸਾਨੂੰ ਉਹਨਾਂ ਨੇ ਕੀ ਦਿੱਤਾ ਹੈ ਕਿ ਸਮ ਆਫ n ਟਰਮਸ ਅਤੇ ਸਮ ਆਫ m ਟਰਮਸ ਦੋਨੇ ਡਿਫਰੈਂਟ ਨੇ ਇਹ। ਸੋ ਇਹ ਸਾਡੇ ਪਾਸ ਪੋਸੀਬਲ ਸਹੀ ਹੈ। ਸੋ ਅਸੀਂ d ਇਜ਼ ਇਕੁਅਲ ਟੂ ਕੀ ਲੈ ਸਕਦੇ ਹਾਂ, 2a ਲੈ ਸਕਦੇ ਹਾਂ। ਸੋ ਇਹ ਇੱਕ ਰਿਲੇਸ਼ਨ ਹੈ, ਇਹਨਾਂ ਦੀ ਐਗਜ਼ੈਕਟ ਵੈਲਿਊ ਨਹੀਂ ਹੈ ਕਿ ਜੋ ਵੀ ਸਾਡਾ ਕਾਮਨ ਡਿਫਰੈਂਸ ਹੋਏਗਾ ਦੈਟ ਵਿਲ ਬੀ ਇਕੁਅਲ ਟੂ ਟਵਾਈਸ ਆਫ ਫਸਟ ਟਰਮ, ਇਹਦੇ ਨਾਲੋਂ ਡਬਲ ਹੋਏਗਾ। ਸੋ ਇਸ ਰਿਲੇਸ਼ਨ ਨੂੰ ਅਸੀਂ ਜੋ ਸਾਨੂੰ ਫਾਈਂਡ ਕਰਨ ਦੇ ਲਈ ਕਿਹਾ ਗਿਆ ਉੱਥੇ ਯੂਜ਼ ਕਰ ਲੈਂਦੇ ਹਾਂ। ਸੋ ਅਸੀਂ ਫਾਈਂਡ ਕਰਨਾ ਹੈ, ਫਾਈਂਡ ਦੀ ਰੇਸ਼ੋ ਆਫ mth ਟਰਮ। ਸੋ tm ਟੂ tn ਅਸੀਂ ਰੇਸ਼ੋ ਫਾਈਂਡ ਕਰਨੀ ਹੈ, ਪ੍ਰੂਵ ਕਰਨਾ ਹੈ। ਸੋ mth ਟਰਮ ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ, a ਪਲੱਸ m-1 ਇੰਟੂ d ਓਵਰ a ਪਲੱਸ n ਟਰਮ ਬਣਦੀ ਹੈ n-1 ਇੰਟੂ d। ਸੋ ਅਸੀਂ d ਦੀ ਜਗ੍ਹਾ 'ਤੇ ਕੀ ਪੁੱਟ ਕਰ ਦਿੰਦੇ ਹਾਂ, 2a ਪੁੱਟ ਕਰ ਦਿੰਦੇ ਹਾਂ। ਸੋ a ਪਲੱਸ
m-1 इंटू 2a ओवर a प्लस n-1 इंटू 2a। सो a इस टर्म ਦੇ ਵਿੱਚ a ਆ ਰਹੀ ਆ, ਇਹਦੇ ਵਿੱਚ ਵੀ a ਆ ਰਹੀ ਆ, ਅੱਗੇ ਵੀ a ਹੈ। ਸੋ ਅਸੀਂ ਕੀ ਕਰਦੇ ਹਾਂ, a ਜਿਹੜੀ ਹੈ ਕਾਮਨ ਲੈ ਲੈਂਦੇ ਹਾਂ ਫਸਟ ਅਤੇ ਸੈਕੰਡ ਟਰਮ ਦੇ ਵਿੱਚੋਂ। ਇੱਥੋਂ a ਕਾਮਨ, ਇੱਥੋਂ a ਕਾਮਨ। ਸੋ ਮੇਰੇ ਪਾਸ ਕੀ ਆ ਜਾਏਗਾ, a ਕਾਮਨ, ਇੱਥੇ ਰਹੇਗਾ ਮੇਰੇ ਪਾਸ 1 प्लस m-1 इंटू की रह गया 2 ओवर इस तरह इत्थे ते भी a कॉमन, इत्थे a की जगह ते रह गया 1 n-1 इंटू 2। सो a कट गया, बाकी दी टर्म्स नूं असीं सॉल्व कर लैंदे 1 प्लस 2 इंटू m 2 इंटू 1 -2 ओवर 1 प्लस 2 इंटू n 2 इंटू 1 -2। सो साढ़े पास बचया कि, सो रेशो ऑफ mth टर्म टू nth टर्म इज इक्वल टू 2m अगे लिख लें असी 1 - 2 इज़ -1 ओवर 2n असी अगे लिख लें तो 1 - 2 इज़ -1। सो यही असी प्रूव करना, साढ़े क्वेश्चन दे विच यही सी। सो हैंस प्रूव्ड। सो रेशो ऑफ mth टर्म टू nth टर्म इज इक्वल टू 2m - 1 रेशो 2n - 1। क्वेश्चन नंबर 13 थोड़ा जिहा आसान है, भावें कि देखण नूं मुश्किल है बट ये आसान है पहलां दे क्वेश्चन दे नालों, ये लेंथी नहीं है। इफ द सम ऑफ n टर्म्स ऑफ एन AP इज दिस, सानूं SN का रिलेशन दिता है, SN इज इक्वल टू 3n² प्लस 5n and its mth term, so Tm, that means a plus m-1 into d कितना दिता सानू 164 तो सानू पूछा कि गया फाइंड द वैल्यू ऑफ m। सो इत्थे तो असीं m फाइंड करना है, m मिसिंग है। सो a ते d का मतलब सानू पता होने चाहिए ने, क्योंकि जो भी AP की गल करते हैं असीं कोशिश करते हैं a ते d फाइंड करिए। सो साढ़े पास एक रिलेशन है सम। सो जेकर मैं ये n1 पुट करते हैं, ये असीं क्वेश्चन पहला कर चुके हैं। सम ऑफ फस्ट टर्म, वन टर्म, दैट इज़ 3 इंटू 1 स्केयर प्लस 5 इंटू 1, दैट मीनस 3 प्लस 5 इज इक्वल टू 8। सो पहली एक टर्म का जोड़ कितना 8, दैट मीनस ए कितना होया साडा 8 होया। देखो इक्को टर्म लई है असीं जोड़न दे लई। सो इक्को टर्म किहड़ी हुंदी है AP की, पहली टर्म हुंदी है, तां ए कितना होऊगा साडा 8। सो असीं इत्थे ए तां असीं 8 पुट कर लांगे, रह गया साडा D। सो D दे लई असीं फिर तो की करदे हां, सम ऑफ 2 टर्म्स फाइंड कर लैंदे हां S2। तो इस रिलेशन दे विच असीं n की जगह ते की पुट कर देने 2। सो 2 स्केयर कितना हुंदा साडे पास 4, 5 इंटू 2 10। सो इनू असीं मल्टीप्लाई च लिख लैंदे हां, डॉट नहीं पाते। सो 3 इंटू 4 इज़ 12 प्लस 10 कितना आ गया 22। सो पहलियां दो टर्मां का जोड़ T1 ते T2 का जोड़ कितना बनता साडे पास 22, जिहदे विचों पहली टर्म की है 8 है, तो साडी दूसरी टर्म कितनी होएगी। सो जे मैं T1 की जगह ते 8 पुट करदा प्लस T2 इज इक्वल टू 22, तो मैं 8 दे विच कितना जोड़ा कि 22 आ जाए, दैट मीनस सैकेंड टर्म कितनी होनी चाहिए मेरे पास 14। तो 14 ते 8 कितना बनया 22। सो फस्ट टर्म मेरे पास हैगी है 8, सैकेंड टर्म मेरे पास हैगी है 14। सो कॉमन डिफरेंस D कितना आएगा मेरे पास, सो T2 माइनस T1। सो कॉमन डिफरेंस का फार्मूला ही होंगे। सो T2 मेरे पास 14 है, T1 मेरे पास 8 है, तो कॉमन डिफरेंस कितना आ गया 6। सो कॉमन डिफरेंस D भी असीं यूज़ कर लांगे इत्थे। सो D कितना बन गया साडे पास 6 इज इक्वल टू 164। सो 8 नूं उधर जाके सबट्रैक्ट कर दिओ। सो 164 माइनस 8 ही साडे पास रह गया 156। सो m - 1 इंटू 6। सो ये हमेशा
ਇਸ ਦਾ ਮਲਟੀਪਲ ਹੋਣਾ ਚਾਹੀਦਾ ਹੈ। ਜੇਕਰ ਇੱਥੇ ਤੁਹਾਡਾ ਮਲਟੀਪਲ ਨਹੀਂ ਆਉਂਦਾ ਹੈ ਤਾਂ ਤੁਹਾਡੀ ਕੁਐਸਚਨ ਦੀ ਗਲਤੀ ਹੋਏਗੀ, ਜਾਂ ਫਿਰ ਇਹ ਵਾਲਾ ਜਿਹੜਾ ਕੁਐਸਚਨ ਹੈ ਜਾਂ ਇਹ ਸਾਡੇ ਪਾਸ ਟਰਮ ਹੈ, ਇਹ ਇਸ ਟਰਮ ਸਾਡੀ ਜਿਹੜੀ ਏ ਪੀ ਹੈ ਉਹਦੇ ਵਿੱਚ ਐਗਜ਼ਿਸਟ ਨਹੀਂ ਕਰਦੀ ਹੈ, ਕਿਉਂਕਿ ਜਿਹੜਾ ਐਮ ਹੈ ਉਹ ਹਮੇਸ਼ਾ ਕੀ ਹੋਣਾ ਚਾਹੀਦਾ, ਇੱਕ ਨੈਚੁਰਲ ਨੰਬਰ ਹੋਣਾ ਚਾਹੀਦਾ ਹੈ। ਸੋ 6 'ਤੇ ਇਹ ਹਮੇਸ਼ਾ ਕੈਂਸਲ ਆਊਟ ਹੋਣਾ ਚਾਹੀਦਾ ਹੈ। 6 2 is 12, 6 6 is 30, 6 26 ਛੇ 156। ਸੋ m - 1 is equal to 26। ਸੋ n ਕਿੰਨਾ ਹੋ ਗਿਆ 26 + 1 is equal to 27। ਸੋ m T27 ਹੋ ਗਿਆ ਸਾਡੇ ਪਾਸ, ਇਹ 27th ਟਰਮ ਹੈ 164। ਸੋ m ਸਾਨੂੰ ਫਾਈਂਡ ਕਰਨ ਦੇ ਲਈ ਕਿਹਾ ਗਿਆ ਸੀ, ਉਹ ਫਾਈਂਡ ਕਰ ਲਿਆ ਸੀ। ਸੋ ਇੱਥੇ ਸਾਡਾ ਜਿਹੜਾ ਕੁਐਸਚਨ ਹੈ ਸਾਨੂੰ ਪਤਾ ਲੱਗ ਜਾਂਦਾ ਕਿ ਠੀਕ ਹੈ ਜਾਂ ਗਲਤ ਹੈ। ਜੇ 6 ਕੈਂਸਲ ਆਊਟ ਨਹੀਂ ਹੋ ਰਿਹਾ, ਜਾਂ ਤਾਂ ਸਾਡਾ ਕੁਐਸਚਨ ਗਲਤ ਹੈ, ਅਤੇ ਜਾਂ ਫਿਰ ਜਿਹੜੀ ਸਾਨੂੰ ਟਰਮ ਦਿੱਤੀ ਹੈ ਇਹ ਇਸ ਏ ਪੀ ਦਾ ਪਾਰਟ ਨਹੀਂ ਹੈ, ਇਹ ਟਰਮ ਹੈ ਨਹੀਂ ਇਸ ਏ ਪੀ ਦੇ ਵਿੱਚ। ਦੋਏ ਪੋਸੀਬਿਲਿਟੀਜ਼ ਨੇ। ਸੋ ਇਸ ਤੋਂ ਬਾਅਦ ਸਾਡੇ ਪਾਸ ਨੈਕਸਟ ਕੁਐਸਚਨ ਹੈ। ਅਤੇ ਦੋਸਤੋ ਜੇਕਰ ਵੀਡੀਓ ਅੱਛੀ ਲੱਗੇ ਅਤੇ ਕੁਐਸਚਨ ਸਮਝ ਆ ਰਹੇ ਨੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ, ਅਤੇ ਸਬਸਕ੍ਰਾਈਬ ਬਟਨ ਪਲੀਜ਼ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਉਹ ਟਾਈਮਲੀ ਮਿਲਦੇ ਰਹਿਣਗੇ। ਅਤੇ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਆਪਣਾ ਫੀਡਬੈਕ ਜ਼ਰੂਰ ਛੱਡ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਤੁਹਾਡੀ ਡਿਮਾਂਡਸ ਕੀ ਨੇ, ਕਿ ਤੁਸੀਂ ਕੀ ਮਹਿਸੂਸ ਕਰਦੇ ਹੋ, ਅਤੇ ਉਸ ਤਰ੍ਹਾਂ ਦਾ ਅਸੀਂ ਜਿਹੜਾ ਕੰਟੈਂਟ ਹੈ ਤੁਹਾਡੇ ਵਾਸਤੇ ਲੈ ਕੇ ਆਈਏ। ਸੋ ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 14। ਦੋਸਤੋ ਤੁਸੀਂ ਸਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ। ਸੋ ਉਸ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਕੁਐਸਚਨ ਨੰਬਰ ਜਿਹੜਾ 14 ਹੈ ਉਹ ਸਾਡਾ ਅਰਿਥਮੈਟਿਕ ਮੀਨ ਦੇ ਬੇਸਡ ਹੈ। ਇਨਸਰਟ 5 ਨੰਬਰਸ ਬਿਟਵੀਨ 8 ਐਂਡ 26। ਅਸੀਂ 8 ਅਤੇ 26 ਇਹਨਾਂ ਦੇ ਵਿਚਕਾਰ 5 ਨੰਬਰਸ ਇਨਸਰਟ ਕਰਨੇ ਜਿਹਨਾਂ ਨੂੰ ਅਸੀਂ ਅਰਿਥਮੈਟਿਕ ਮੀਨਸ ਦਾ ਨਾਮ ਦਿੱਤਾ ਸੀ। ਸੋ ਜਿਹੜੀ ਸਾਡੀ ਨੈਕਸਟ ਵੀਡੀਓ ਵੀ ਹੋਏਗੀ NCERT ਦੇ 18 ਕੁਐਸਚਨਸ ਤੋਂ ਬਿਨਾਂ, ਜਿਹੜੀ ਅਸੀਂ ਅਲੱਗ ਤੋਂ ਅਰਿਥਮੈਟਿਕ ਮੀਨ ਅਤੇ AP ਦੇ ਆਧਾਰਿਤ ਅਸੀਂ ਇੱਕ ਵੀਡੀਓ ਇਸ ਤੋਂ ਨੈਕਸਟ ਪਾਰਟ ਜਿਹੜਾ ਬਣਾਉਣ ਬਾਰੇ ਸੋਚ ਰਹੇ ਹਾਂ। ਉਹਦੇ ਵਿੱਚ ਵੀ ਅਸੀਂ ਜਿਹੜੇ ਕੁਛ ਇੰਪੋਰਟੈਂਟ ਕੁਐਸਚਨ ਅਰਿਥਮੈਟਿਕ ਮੀਨ ਦੇ ਆਧਾਰਿਤ ਹੋਣਗੇ, ਕਿਉਂਕਿ ਇਸ ਐਕਸਰਸਾਈਜ਼ ਦੇ ਵਿੱਚ ਥੋੜ੍ਹੇ ਘੱਟ ਨੇ ਕੁਐਸਚਨ, ਅਤੇ ਉਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਨੇ। ਈਵਨ ਕੰਪੀਟੀਟਿਵ ਐਗਜ਼ਾਮ ਜਿਹੜਾ ਤੁਹਾਡਾ ਹੁੰਦਾ ਹੈ ਉਹਦੇ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਨੇ, ਉਹ ਡਿਸਕਸ ਜ਼ਰੂਰ ਕਰਾਂਗੇ। ਸੋ ਸਾਡੇ ਪਾਸ ਕੀ ਹੈ ਕਿ 2 ਨੰਬਰ ਨੇ 8 ਅਤੇ 26, ਅਤੇ ਇਹਨਾਂ ਦੇ ਵਿਚਕਾਰ ਅਸੀਂ 5 ਨੰਬਰ ਇਨਸਰਟ ਕਰਨੇ ਨੇ ਤਾਂ ਕਿ ਰਿਜ਼ਲਟਿੰਗ ਸੀਕੁਐਂਸ ਕੀ ਹੋਵੇ, AP ਹੋਵੇ। ਤਾਂ ਇਹ ਸਾਡੇ ਪਾਸ ਅਰਿਥਮੈਟਿਕ ਮੀਨ ਦੀ ਡੈਫੀਨੇਸ਼ਨ ਹੈ। ਸੋ ਮੈਂ ਪਹਿਲਾਂ ਵੀ ਜਦੋਂ ਆਪਾਂ ਨੇ ਐਕਸਰਸਾਈਜ਼ ਸਟਾਰਟ ਕੀਤੀ ਹੈ ਉਸ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ 2 ਨੰਬਰਸ ਸਾਡੇ ਪਾਸ ਜੇ ਹੈਗੇ ਨੇ ਤਾਂ ਸਾਨੂੰ A ਪਤਾ ਹੈ, ਤਾਂ ਇਹ ਸਾਡੇ ਪਾਸ ਕਿੰਨਾ ਹੋ ਗਿਆ 8, ਅਤੇ ਜੇ ਅਸੀਂ 5 ਨੰਬਰ ਇਨਸਰਟ ਕਰ ਰਹੇ ਹਾਂ ਤਾਂ 2 ਇਹ ਐਡ ਹੋ ਗਏ, ਤਾਂ ਟੋਟਲ ਨੰਬਰ ਕਿੰਨੇ ਹੋ ਗਏ ਸਾਡੇ ਪਾਸ, ਨੰਬਰ ਆਫ ਟਰਮਸ ਕਿੰਨੀਆਂ ਹੋ ਗਈਆਂ 7 ਹੋ ਗਈਆਂ। ਕਿਉਂਕਿ 5 ਇਨਸਰਟ ਕੀਤੇ ਅਤੇ 2 ਸਾਈਡਾਂ 'ਤੇ ਨੇ, ਤਾਂ ਟੋਟਲ ਕਿੰਨੇ ਹੋ ਗਏ 7। ਤਾਂ ਸਾਨੂੰ ਲਾਸਟ ਟਰਮ T7 ਵੀ ਪਤਾ ਹੈ ਕਿੰਨੀ ਹੈ 26। ਸੋ T7 ਦਾ ਫਾਰਮੂਲਾ ਕੀ ਹੋਏਗਾ A + 6D is equal to 26। ਸੋ A ਕੀ ਹੈ ਸਾਡੇ ਪਾਸ 8 ਹੈ। ਸੋ 6D is equal to 26। ਸੋ 6D ਕੀ ਆ ਗਿਆ ਸਾਡੇ ਪਾਸ 26 - 8, that means 6D is equal to 18 and D is equal to 6 3 is 18। ਸੋ D ਕਿੰਨਾ ਆ ਗਿਆ ਮੇਰੇ ਪਾਸ 3। ਸੋ ਇੱਕ AP ਬਣਾਈ ਹੈ ਅਸੀਂ, ਦੇਖੋ ਇਹ ਲਿਖਿਆ ਸਾਨੂੰ AP ਹੈ। ਅਰਿਥਮੈਟਿਕ ਮੀਨਸ ਕੀ ਕਰਦੀਆਂ ਨੇ ਕਿ ਜੋ ਸਾਡੇ ਪਾਸ ਰਿਜ਼ਲਟਿੰਗ ਸੀਕੁਐਂਸ ਆਉਂਦੀ ਹੈ ਉਸਨੂੰ AP ਬਣਾ ਦਿੰਦੀਆਂ ਨੇ। ਸੋ ਮੇਰੇ ਪਾਸ A 8 ਹੈ, D 3 ਹੈ ਅਤੇ ਇਹ AP ਹੈ, ਅਤੇ ਇਹ ਟਰਮ ਕਿਹੜੀ ਹੈ, ਭਾਵੇਂ ਕਿ ਇਹਦੇ ਅੱਗੇ A1 ਲਿਖਿਆ ਹੈ, ਮੀਨ ਇਹ ਫਸਟ ਹੈ, ਅਰਿਥਮੈਟਿਕ ਮੀਨ ਇਹ ਫਸਟ ਹੈ, ਬਟ ਟਰਮ AP ਦੇ ਵਿੱਚ ਟਰਮ ਇਹ ਦੂਸਰੀ ਹੈ T2। ਸੋ ਜਦੋਂ ਮੈਂ ਮੀਨ ਦਾ ਫਾਰਮੂਲਾ ਲਾਉਣ ਜਾਂਦਾ ਹੈ ਤਾਂ ਸੈਕੰਡ ਟਰਮ ਦਾ ਫਾਰਮੂਲਾ ਕੀ ਹੁੰਦਾ, 2 ਤੋਂ 1 ਘੱਟ n - 1, 2 - 1 1D। ਬਟ ਜੇਕਰ ਮੈਂ ਮੀਨ ਦੇ ਨਾਲ ਕੰਪੇਅਰ ਕਰਾਂ ਤਾਂ ਇੱਥੇ 1 ਹੈ ਅਤੇ ਇੱਥੇ ਵੀ ਕੀ ਹੈ 1। ਸੋ ਜਿਹੜੀ ਮੀਨ ਹੋਏਗੀ, ਜੇ ਮੈਂ ਫਸਟ ਮੀਨ ਫਾਈਂਡ ਕਰਨੀ ਹੈ ਤਾਂ 1D, ਜੇ ਸੈਕੰਡ ਮੀਨ ਫਾਈਂਡ ਕਰਨੀ ਆ ਤਾਂ 2D, ਥਰਡ ਮੀਨ ਫਾਈਂਡ ਕਰਨੀ ਹੈ ਤਾਂ 3D। ਬਟ ਜੇਕਰ ਮੈਂ ਇਹਨਾਂ ਨੂੰ ਟਰਮਸ ਦੇ ਨਾਲ ਕੰਪੇਅਰ ਕਰਕੇ ਦੇਖਾਂ ਤਾਂ ਦੇਖੋ A ਜਿਹੜੀ 3 ਹੈ 4th ਟਰਮ ਹੈ, ਫਸਟ ਸੈਕੰਡ ਥਰਡ 4th, ਤਾਂ T4 ਵਾਸਤੇ ਫਾਰਮੂਲਾ ਕੀ ਹੋਏਗਾ n - 1, 4 - 1 ਦੈਟ ਮੀਨਸ 3D। ਸੋ ਭਾਵੇਂ ਕਿ ਟਰਮ ਇਹ 4th ਹੈ ਬਟ ਮੀਨ ਇਹ 3rd ਹੈ। ਸੋ ਜਿੰਨਾ ਵੀ ਮੀਨ ਹੋਏਗੀ ਉਨੀਆਂ ਹੀ D ਹੋਣਗੀਆਂ ਇਹਦੇ ਵਿੱਚ। ਸੋ ਸੈਕੰਡ ਟਰਮ ਮੇਰੇ ਪਾਸ ਭਾਵ ਫਸਟ ਮੀਨ ਕਿੰਨੀ ਬਣੀ 8 + D ਕਿੰਨਾ ਹੈ 3। ਸੋ ਦਿਸ ਇਜ਼ ਇਕੁਅਲ ਟੂ 11। ਸੋ ਸੈਕੰਡ ਟਰਮ ਕੀ ਬਣ ਗਈ ਮੇਰੇ ਪਾਸ
11। सो बाकी चाहे तुसी फार्मूला यूज़ करके फाइंड कर लो या 3 ऐड करते चले जाओ। सो मैं 3 ऐड कर देना क्योंकि 3 ऐड करना ईजी है। 11 + 3 14 + 3 17 + 20 + 23 तो लास्ट टर्म साढ़े पास 26 है। 2 गिवन है तो असी 5 जिहड़ियां ने इंसर्ट करतियां ने इहदे विचकार, ताकि जो रिजल्टिंग सीकुएंस साडी बन रही है वो AP बन रही है। सो जिधर भी तुहानू ईजी लगता है वो वे जिहड़ा है तुसीं अडोप्ट कर लेना है, क्योंकि एग्जामिनर कदे भी तुहानू कोई स्पैसीफिक पैटर्न या स्पैसीफिक फार्मूला या मैथड यूज़ करने के लिए नहीं कहता जी। क्वेश्चन नंबर 15 ਦੇ ਵਿੱਚ ਸਾਨੂੰ ਗਿਵਨ ਹੈ a⁻n + b⁻n ਓਵਰ a⁻n-1 + b⁻n-1 is the arithmetic mean between a and b. Find the value of n. ਸੋ ਦੋ ਨੰਬਰਾਂ ਦੇ ਵਿਚਕਾਰ ਅਰਿਥਮੈਟਿਕ ਮੀਨ ਦਾ ਅਸੀਂ ਫਾਰਮੂਲਾ ਲਿਖਿਆ ਹੈ। ਸੋ am arithmetic mean between two numbers a and b, ਇਸ ਦੇ ਲਈ ਅਸੀਂ ਕੀ ਕਰਦੇ ਹਾਂ, ਦੋਨਾਂ ਨੂੰ ਐਡ ਅਪ ਕਰ ਲੈਂਦੇ ਹਾਂ। a + b ਓਵਰ 2 ਇਹ ਸਾਡੇ ਪਾਸ ਫਾਰਮੂਲਾ ਹੈ ਅਰਿਥਮੈਟਿਕ ਮੀਨ ਦੇ ਲਈ। ਬਟ ਸਾਨੂੰ ਅਰਿਥਮੈਟਿਕ ਮੀਨ ਦੀ ਜਿਹੜੀ ਵੈਲਿਊ ਹੈ ਉਹ ਗਿਵਨ ਵੀ ਹੈ। ਸੋ ਗਿਵਨ ਕੀ ਹੈ, ਅਰਿਥਮੈਟਿਕ ਮੀਨ ਇਜ਼ ਇਕੁਅਲ ਟੂ a⁻n + b⁻n ਓਵਰ a⁻n-1 + b⁻n-1। ਸੋ ਇਹ ਗਿਵਨ ਹੈ ਤਾਂ ਅਸੀਂ ਕੀ ਕਰ ਲੈਂਦੇ ਹਾਂ, ਕ੍ਰਾਸ ਮਲਟੀਪਲਾਈ। ਸੋ a + b into a⁻n-1 b⁻n-1 is equal to 2 into a⁻n plus 2 into b⁻n। ਸੋ ਇਹ ਸਾਡੇ ਪਾਸ ਪ੍ਰੋਡਕਟ ਫਾਰਮ ਦੇ ਵਿੱਚ ਅਸੀਂ ਮਲਟੀਪਲਾਈ ਕਰ ਲੈਂਦੇ ਹਾਂ। ਸੋ a into a⁻n, ਇੱਥੇ ਪਾਵਰ 1 ਹੈ, ਪਾਵਰ ਐਡ ਅਪ ਹੋਣਗੀਆਂ ਤਾਂ ਇਹ ਬਣ ਜਾਏਗਾ a⁻n। 1 - 1 ਨਾਲ ਕੈਂਸਲ ਆਊਟ ਹੋ ਜਾਏਗਾ, ਪਲੱਸ a into b⁻n-1 ਪਲੱਸ ਇਸੇ ਤਰ੍ਹਾਂ b ਇਹਦੇ ਨਾਲ ਮਲਟੀਪਲਾਈ ਹੋਏਗਾ b into a⁻n-1 ਪਲੱਸ b ਇਸ ਨਾਲ ਮਲਟੀਪਲਾਈ ਹੋਏਗਾ 1 ਪਾਵਰ ਜਿਹੜੀ ਹੈ b ਦੀ ਮਾਈਨਸ ਹੈ ਪਲੱਸ ਹੈ ਤਾਂ b⁻n is equal to 2 into a⁻n 2 into b⁻n। ਸੋ ਇੱਕ an ਇੱਧਰ 2 ਨੇ, ਸੋ ਇੱਕ ਕੱਟ ਜਾਏਗਾ ਸਾਡਾ। ਇੱਧਰ ਸਾਡੇ ਪਾਸ ਇੱਕ bn ਹੈ, ਇੱਧਰ b ਦੀ ਪਾਵਰ n 2 ਨੇ, ਇੱਕ ਵੀ ਕੱਟ ਜਾਏਗਾ। ਸੋ ਅਸੀਂ ਲੈਫਟ ਸਾਈਡ ਜਾਂ ਰਾਈਟ ਸਾਈਡ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਹਾਂ। ਸੋ ਇਹ ਬਣ ਗਿਆ ਮੇਰੇ ਪਾਸ a b⁻n-1 ਪਲੱਸ b a⁻n-1 ਪਲੱਸ a⁻n, ਇਹਨੂੰ ਇੱਧਰ ਲਿਆ ਕੇ ਮਾਈਨਸ ਕਰ ਲੈਂਦੇ ਹਾਂ 2 a⁻n, ਇਹਨੂੰ ਕੰਬਾਈਨ ਕਰ ਲੈਂਦੇ ਹਾਂ b⁻n, ਇਹਨੂੰ ਇੱਧਰ ਆ ਕੇ ਕੰਬਾਈਨ ਕਰ ਲੈਂਦੇ ਹਾਂ -2 b⁻n = 0। ਸੋ ਸਿਮਿਲਰ ਟਰਮਸ ਜਿਹੜੀਆਂ ਨੇ ਉਹ ਐਡ ਅਤੇ ਸਬਟਰੈਕਟ ਹੋ ਜਾਣਗੀਆਂ। ਇਹ ਸਬਟਰੈਕਟ ਹੋ ਸਕਦੀ ਹੈ, ਇਹ ਸਬਟਰੈਕਟ ਹੋ ਸਕਦੀ ਹੈ। ਸੋ ਮੇਰੇ ਪਾਸ ਕੀ ਰਹਿ ਗਿਆ, a b⁻n-1 b into a⁻n-1, ਇੱਥੇ ਕੀ ਬਚੇਗਾ -a⁻n b⁻n = 0। ਸੋ a⁻n ਤਾਂ ਵੱਡੀ ਪਾਵਰ ਇਹ ਹੈ ਮੇਰੇ ਪਾਸ, ਤਾਂ ਇਹਨਾਂ ਦੇ ਵਿੱਚੋਂ a⁻n-1 ਕਾਮਨ ਲਿਆ ਜਾ ਸਕਦਾ। ਇਸੇ ਤਰ੍ਹਾਂ ਇਹਨਾਂ ਦੋ ਦੇ ਵਿੱਚੋਂ b⁻n-1 ਜੋ ਹੈ ਕਾਮਨ ਲਿਆ ਜਾ ਸਕਦਾ। ਸੋ ਇਹਨਾਂ ਨੂੰ ਕੰਬਾਈਨ ਕਰ ਲੈਂਦੇ ਫਿਰ ਤੋਂ ਆਪਾਂ a b⁻n-1 ਮਾਈਨਸ b⁻n ਪਲੱਸ b into a⁻n-1 ਮਾਈਨਸ a⁻n = 0। ਪਹਿਲੇ ਦੋ ਦੇ ਵਿੱਚੋਂ ਕਾਮਨ, ਲਾਸਟ ਦੋ ਦੇ ਵਿੱਚੋਂ ਕਾਮਨ, ਅਸੀਂ ਫੈਕਟਰਾਈਜ਼ ਕਰਨਾ ਇਸ ਨੂੰ। ਸੋ ਇੱਥੇ ਮੇਰੇ ਪਾਸ b⁻n-1 ਹੈ ਤਾਂ b⁻n-1 ਛੋਟੀ ਹੈ, ਤਾਂ b⁻n-1 ਛੋਟੀ ਪਾਵਰ ਕਾਮਨ ਆ ਜਾਏਗੀ, ਵਿੱਚ ਰਹਿ ਜਾਏਗਾ a, ਇੱਥੇ ਰਹਿ ਜਾਏਗਾ b। ਇਹ ਕਿਸ ਤਰ੍ਹਾਂ ਕੀਤਾ ਅਸੀਂ, ਲਾਈਕ ਇਹ ਹੈਗਾ 5⁻6 into 5⁻4 ਮਾਈਨਸ 5⁻5। ਸੋ ਮੈਂ 5⁻4 ਬਾਹਰ ਲੈ ਗਿਆ, ਇੱਥੇ 6 ਰਹਿ ਗਿਆ, ਮਾਈਨਸ ਇੱਥੇ 4 ਪਾਵਰਾਂ ਅਸੀਂ ਬਾਹਰ ਚਲੇ ਗਏ, ਰਹਿ ਗਈ ਇੱਕ ਪਾਵਰ, ਇਹ ਕੀਤਾ ਆਪਾਂ ਨੇ ਇੱਥੇ। ਇਸੇ ਤਰ੍ਹਾਂ ਇੱਥੇ a⁻n-1 ਕਾਮਨ ਆਉਂਦਾ ਸਾਡੇ ਪਾਸ,
ਜਿਵੇਂ ਇੱਥੇ ਮੇਰੇ ਪਾਸ ਪਿੱਛੇ ਕੀ ਬਚੇਗਾ, ए ਬਚੇਗਾ। ਮੈਨੂੰ ਇਹ ਅੱਗੇ ਚਾਹੀਦਾ ਤਾਂ ਮੈਂ ਕੀ ਕਰਦਾ, ਨੈਗੇਟਿਵ ਸਾਈਨ ਕਾਮਨ ਲੈਂਦਾ ਹੈ। ए ਰੇਜ਼ ਟੂ ਪਾਵਰ n-1 ਕੀ ਆ ਗਿਆ ਕਾਮਨ, ਤਾਂ ਅੰਦਰ ਵਾਲੀਆਂ ਜਿਹੜੀਆਂ ਟਰਮਸ ਨੇ ਉਹਨਾਂ ਦੇ ਸਾਈਨ ਚੇਂਜ ਹੋ ਜਾਣਗੇ। ਸੋ ਇਹ ਇੱਥੇ ਵੱਜ ਜਾਏਗਾ, ਨੈਗੇਟਿਵ ਪੋਜ਼ੀਟਿਵ 'ਚ ਚੇਂਜ ਹੋ ਜਾਏਗਾ। ਇਹਦੀ ਜਿਹੜੀ ਟਰਮ ਹੈ ਪਲੱਸ ਦੀ ਹੈ ਤਾਂ ਇਹ ਕਿਆ 'ਚ ਚੇਂਜ ਹੋ ਜਾਏਗੀ, ਮਾਈਨਸ 'ਚ। ਸੋ ਮਾਈਨਸ ਕੀ ਵੱਜ ਜਾਏਗਾ ਇੱਥੇ b। ਮੈਂ ਇਹਦੇ ਵਿੱਚੋਂ a ਰੇਜ਼ ਟੂ ਪਾਵਰ n-1 ਜਿਹੜਾ ਇਹ ਹਟਾ ਲਿਆ, ਬਟ ਨਾਲ ਨੈਗੇਟਿਵ ਸਾਈਨ ਹਟਾਇਆ, ਨੈਗੇਟਿਵ ਕਾਮਨ ਲਿਆ, ਤਾਂ ਇਹ ਪਲੱਸ ਸੀ, ਇਹ ਨੈਗੇਟਿਵ ਬਣ ਜਾਏਗਾ ਤਾਂ ਇਹ ਪਿੱਛੇ ਚਲੇਗੀ। b ਦੇ ਅੱਗੇ ਕੀ ਆ ਗਿਆ ਮਾਈਨਸ ਸਾਈਨ, ਇਹਦੇ ਅੱਗੇ ਕੀ ਆ ਗਿਆ ਪਲੱਸ ਸਾਈਨ, ਇਕੁਅਲਸ 0। ਇਹਦਾ ਰੀਜ਼ਨ ਕੀ ਹੈ ਨੈਗੇਟਿਵ ਸਾਈਨ ਕਾਮਨ ਲੈਣ ਦਾ, ਤਾਂ ਕਿ ਸਾਡੀ ਬ੍ਰੈਕਟ ਜਿਹੜੀ ਉਹ ਸੇਮ ਬਣੇ। ਇੱਥੇ ਮੇਰੇ ਪਾਸ b ਮਾਈਨਸ a ਬਣ ਰਿਹਾ ਸੀ, ਜੇ ਮੈਂ ਡਾਇਰੈਕਟਲੀ a ਰੇਜ਼ ਟੂ ਪਾਵਰ n-1 ਕਾਮਨ ਲੈ ਲੈਂਦਾ ਪਲੱਸ ਵਾਲਾ, ਤਾਂ ਮੇਰੇ ਪਾਸ b ਅੱਗੇ ਆ ਜਾਣਾ ਸੀ, a ਪਿੱਛੇ ਚਲੇ ਜਾਣਾ ਸੀ। ਮੈਨੂੰ ਇੱਕ ਸਟੈਪ ਹੋਰ ਲਿਖਣਾ ਪੈਣਾ ਸੀ ਤਾਂ ਮਾਈਨਸ ਸਾਈਨ ਕਾਮਨ ਲੈਣ ਵਾਸਤੇ। ਤੁਸੀਂ ਉਸ ਤਰ੍ਹਾਂ ਵੀ ਲਿਖ ਸਕਦੇ ਹੋ। ਸੋ a ਮਾਈਨਸ b ਕਾਮਨ ਆ ਜਾਏਗਾ, ਪਿੱਛੇ ਵੱਜ ਜਾਏਗਾ ਸਾਡੇ ਪਾਸ। ਸੋ ਇੱਥੋਂ ਅਸੀਂ a ਮਾਈਨਸ b ਕਾਮਨ ਲੈ ਲੈਂਦੇ ਹਾਂ, ਪਿੱਛੇ ਰਹੇਗਾ ਸਾਡੇ ਪਾਸ b ਰੇਜ਼ ਟੂ ਪਾਵਰ n-1 ਮਾਈਨਸ a ਰੇਜ਼ ਟੂ ਪਾਵਰ n-1 ਇਕੁਅਲ 0। ਸੋ ਜਾਂ ਤਾਂ ਇਹ 0 ਹੈ ਜਾਂ ਇਹ 0 ਹੈ। ਦੈਟ ਮੀਨਸ ਈਦਰ a ਮਾਈਨਸ b ਇਜ਼ ਇਕੁਅਲ ਟੂ 0 और b रेज टू पावर n-1 इज़ इक्वल टू a रेज टू पावर n-1। सो ये मेरे पास की है इधर a इज़ इक्वल टू b। ये तो पॉसीबल नहीं है कि a तो b बराबर हो, क्योंकि असीं मीन इंसर्ट की है तो a तो b बराबर नहीं हो सकते, क्योंकि विचकार तद ही मीन इंसर्ट होएगी। ये आप केस छड्ड दांगे, ये रह गए साडे पास। सो इत्थों असीं की करने दोनों साइड a रेज टू पावर n-1 नाल जां b रेज टू पावर n-1 दे नाल डिवाइड कर देंगे। सो 1 इज़ इक्वल टू a रेज टू पावर n-1 डिवाइडेड बाय b रेज टू पावर n-1। सो इन्हां दी कॉमन पावर लिख देने a ओवर b रेज टू पावर n-1। सो किसी नंबर की पावर की होनी चाहिए कि आंसर 1 आ जाए। सो समथिंग रेज टू पावर 0 इज़ इक्वल टू की होंदा है 1 होंदा है। दैट मीनस n-1 मस्ट बी इक्वल टू 0। सो n की होना चाहिए साढ़े पास, n मस्ट बी इक्वल टू 1। सो साडा ये की है आंसर है। सो n की वैल्यू असीं की कर ली है, फाइंड कर ली है। इत्थे असीं की लॉजिक वरते कि समथिंग रेज टू पावर 0 इज़ 1। सो इहदी पावर की होनी चाहिए है 0, तद ही आंसर की आ रहा साडा 1 आ रहा है। दैट मीनस n-1 किस दे बराबर है 0 दे। सो n इज़ इक्वल टू की आ गया 1 दे। क्वेश्चन नंबर 16 साडा जिहड़ा अरिथमैटिक मीन दे बेस्ड ही है। सो बिटवीन 1 एंड 31 दो नंबर ने साडे पास 1 ते 31। इन्हां दे विचकार असीं m नंबरस इंसर्ट कीते ने कि सच दैट द रिजल्टिंग सीक्वेंस की बनदी आ AP। सो अरिथमैटिक मीनस ने साडे पास किन्नियां m अरिथमैटिक मीनस ने, एंड द रेशो ऑफ 7th एंड m-1th नंबर। इन्हां नंबरां दी गल कीती है। 7वां नंबर ते m-1th नंबर दी रेशो की है 5:9। सो फाइंड द वैल्यू ऑफ m मीनस किन्नियां असीं अरिथमैटिक मीनस जिहड़ियां ने इंसर्ट कीतियां ने। सो असीं पहलां भी पढ़िया है कि अरिथमैटिक मीनस 1 तो लैके असीं इहदे विचकार इदां अरिथमैटिक मीनस जिहड़ियां ने इंसर्ट कीतियां ने m दे विचाले। m अरिथमैटिक मीनस m नंबरस। सो am तक असीं इंसर्ट कीता। सॉरी इत्थे साडे पास की है 31 है, 1 एंड 31 दे विचकार। सो जे मैं मीन की गल करा तो ये साडी रिजल्टिंग जी सीकुएंस है AP बनती है। सो भावें तो यह साडी सैकेंड टर्म है, AP की सैकेंड टर्म है, तो फार्मूला की बनता है बस T2 के लिए A प्लस n-1 इंटू D 2 माइनस 1। दैट मीनस A प्लस 1 D। सो मीन मेरे पास फस्ट है, टर्म ये सैकेंड है। सैकेंड टर्म के लिए फार्मूला n-1 होंदा है, बट जे मीन की गल करा तो देखो 1 इत्थे भी 1। इस तरह जे मैं सैकेंड मीन की गल करा तो a प्लस 2D होगा। तो जे मैं 7th मीन की गल करा तो 7th मीन A7 जी असीं इंसर्ट की है टर्म 7th टर्म, भावें कि वो इस सीकुएंस के 8वीं टर्म होएगी, बट वो गल किस दी कर रहा है 7th नंबर की गल कर रहा है जिहड़ा असीं इंसर्ट किया। दैट मीनस वो A7 की गल कर रहा है। सो इसका फार्मूला की बनेगा A प्लस 7D। जिस तरह इत्थे 2 दे लई 2D बने, 1 दे लई 1D बने, तो 7th टर्म के लिए 7D। सो A7 सानू इसकी रेशो दी है 5:9। दूसरी साडे पास है m-1। सो m-1 के लिए फार्मूला की बनेगा A प्लस m-1 इंटू D। सो ना ये सानू पता है इत्थे A कितना है
1 डी सानू पता नहीं है। सो ए असी पुट कर सकते हैं। सो ए कितना बन गया साढ़े पास 1 + 7 डी। इस तरह ये बन गया साढ़े पास 1 + m-1 × डी। सो मैं ना दोनों की की लैनी है रेशो लैनी है 7th टर्म 7th नंबर एंड m-1th नंबर तो रेशो कितनी आनी है मेरे पास 5/9। सो रेशो ले लें आप A7। सो बाय कंडीशन की है साढ़े पास A7 / AM-1 इज इक्वल टू 1 + 7D 1 + m-1 × D इज इक्वल टू 5/9। सो इत्थों साढ़े पास M ਤੇ D ਇਹ ਸਾਡੇ ਪਾਸ ਆ ਗਏ ਨੇ। ਹੋਰ ਸਾਡੇ ਪਾਸ ਕੀ ਰਿਲੇਸ਼ਨ ਅਸੀਂ ਇੱਥੇ ਤੇ ਕ੍ਰੋਸ ਮਲਟੀਪਲਾਈ ਕਰ ਸਕਦੇ ਹਾਂ। M ਤੇ D ਦੇ ਵਿੱਚ ਇੱਕ ਰਿਲੇਸ਼ਨ ਬਣ ਜਾਏਗਾ ਕਿਉਂਕਿ ਦੋ ਵੇਰੀਏਬਲਸ ਨੇ। M ਵੀ ਨਹੀਂ ਪਤਾ ਸਾਨੂੰ D ਵੀ ਨਹੀਂ ਪਤਾ। ਸੋ ਹੋਰ ਅਸੀਂ ਕੀ ਫਾਈਂਡ ਕਰ ਸਕਦੇ ਹਾਂ। ਪਹਿਲਾਂ ਅਸੀਂ ਚਲੋ ਕ੍ਰੋਸ ਮਲਟੀਪਲਾਈ ਕਰਦੇ ਹਾਂ। ਸੋ ਕ੍ਰੋਸ ਮਲਟੀਪਲਾਈ ਕਰਨ ਤੋਂ ਬਾਅਦ ਕੀ ਪ੍ਰਾਪਤ ਹੁੰਦਾ ਸਾਡੇ ਪਾਸ 9 × 1 9 9 × 7 63D = 5 × 1 5 5 × m-1 × D ਇਹ ਮੇਰੇ ਪਾਸ ਕੀ ਬਣਦਾ ਹੈ 5 × m-1 × D। ਸੋ 5 ਇੱਧਰ ਆ ਕੇ ਸਬਟਰੈਕਟ ਹੋ ਜਾਏਗਾ 9 - 5 ਹੋ ਜਾਏਗਾ ਪਲੱਸ 63D 5 ਨੂੰ ਵਿੱਚ ਮਲਟੀਪਲਾਈ ਕਰ ਲੈਂਦੇ 5m × D - 5 × 5D। ਸੋ 9 - 5 ਮੇਰੇ ਪਾਸ ਕੀ ਆਉਂਦਾ ਹੈ 9 - 5 ਕੀ ਆ ਗਿਆ ਮੇਰੇ ਪਾਸ 4 + 63D इज इक्वल टू 5mD - 5D। सो D ये भी आप कंबाइन कर लेना लैफ्ट हैंड साइड ले जाके। सो 4 + 63D + 5D सिमिलर टर्म्स ने 5mD। सो 63 ਤੇ 5 ਕਿੰਨੇ ਬਣ ਗਏ ਸਾਡੇ ਪਾਸ 4 + 68D इज इक्वल टू 5m × D। एक ਸਾਡੇ ਪਾਸ ਰਿਲੇਸ਼ਨ ਬਣ ਗਿਆ। ਹੋਰ ਸਾਡੇ ਪਾਸ ਕਿਹੜੀ ਇਨਫੋਰਮੇਸ਼ਨ ਹੈ ਇਸ ਕੁਐਸਚਨ ਦੇ ਵਿੱਚ ਇੱਕ ਇਨਫੋਰਮੇਸ਼ਨ ਹੋਰ ਹੈ ਸਾਡੇ ਪਾਸ ਉਹ ਹੈ 31। ਸੋ ਇਹ ਕਿੰਨਵੀਂ ਟਰਮ ਹੈ। ਸੋ ਅਸੀਂ m ਨੰਬਰਸ ਇਨਸਰਟ ਕੀਤੇ ਨੇ। ਸੋ ਜੇ ਮੈਂ m ਨੰਬਰ ਇਨਸਰਟ ਕੀਤੇ ਨੇ ਤਾਂ ਕਿੰਨਵੀਂ ਟਰਮ ਬਣੀ ਇੱਕ ਇਹ ਪਈ ਹੈ ਮੇਰੇ ਪਾਸ। ਸੋ m+1 ਇਹ ਕਿੰਨਵੀਂ ਹੋਈ m+2 ਤਾਂ ਮੇਰੇ ਪਾਸ ਇਹ Tm+2th ਟਰਮ ਹੈ। ਇਹ ਪਹਿਲਾਂ ਵੀ ਗੱਲ ਕੀਤੀ ਅਸੀਂ ਜੇਕਰ ਅਸੀਂ 5 ਨੰਬਰ ਇਨਸਰਟ ਕਰਨੇ ਨੇ AP ਦੇ ਵਿੱਚ 5 ਮੀਨਸ ਇਨਸਰਟ ਕਰਨੀਆਂ ਨੇ ਵਿਚਕਾਰ ਤਾਂ ਟੋਟਲ ਨੰਬਰਸ ਕਿੰਨੇ ਹੋ ਜਾਣਗੇ 6 7। ਤਾਂ ਅਸੀਂ m ਇਨਸਰਟ ਕੀਤੇ ਨੇ ਤਾਂ ਟੋਟਲ ਕਿੰਨੇ ਹੋ ਗਏ ਇੱਕ ਵੱਧ ਗਿਆ m+1 ਦੂਸਰਾ ਇਹ ਵੱਧ ਗਿਆ m+2 ਤਾਂ ਇਹ m+2ਵਾਂ ਨੰਬਰ ਹੈ। ਸੋ ਮੈਨੂੰ Tm+2th ਵੈਲਿਊ ਵੀ ਪਤਾ ਹੈ AP ਦੀ ਕਿੰਨੀ ਹੈ 31। ਸੋ ਇਹਦੇ ਪਰ ਵੀ ਅਸੀਂ AP ਦੀ nth ਟਰਮ ਦਾ ਫਾਰਮੂਲਾ ਯੂਜ਼ ਕਰਦੇ ਹਾਂ। ਸੋ Tm+2th ਟਰਮ ਦੇ ਲਈ ਫਾਰਮੂਲਾ ਕੀ ਬਣੇਗਾ A + n ਮੇਰੇ ਪਾਸ m+2 ਹੀ ਹੈ -1 × D। ਸੋ ਇਹਦੀ ਵੈਲਿਊ ਮੇਰੇ ਪਾਸ 31 ਹੈ। ਸੋ ਦਿਸ ਇਜ਼ ਇਕੁਅਲ ਟੂ A1 ਹੈ m+2 ਦੇ ਵਿੱਚ ਇੱਕ ਘਟ ਗਿਆ m+1 × D 1 ਇੱਧਰ ਆ ਕੇ ਸਬਟਰੈਕਟ ਹੋਏਗਾ 31 - 1 ਇਜ਼ 30 m+1 × D। ਸੋ ਇੱਥੋਂ ਮੈਂ D ਦੀ ਵੈਲਿਊ ਫਾਈਂਡ ਕਰ ਸਕਦਾ। D ਕੀ ਬਣਦਾ ਮੇਰੇ ਪਾਸ D ਇਜ਼ ਇਕੁਅਲ ਟੂ ਦੋਨੇ ਪਾਸੇ ਮੈਂ m+1 ਦੇ ਨਾਲ ਕੀ ਕਰ ਦੇਣਾ ਹੈ ਡਿਵਾਈਡ ਕਰ ਦੇਣਾ ਹੈ ਇਸ ਤਰ੍ਹਾਂ। ਸੋ D ਮੇਰੇ ਪਾਸ ਆ ਗਿਆ। ਸੋ D ਦੀ ਜਿਹੜੀ ਵੈਲਿਊ ਮੈਂ ਇੱਥੇ ਪੁੱਟ ਕਰ ਸਕਦਾ ਇੱਥੇ ਵੀ ਪੁੱਟ ਕਰ ਸਕਦਾ। ਤਾਂ ਸਾਰਾ ਕੁਝ ਮੇਰੇ ਪਾਸ ਕੀ ਆ ਜਾਊਗਾ m ਦੇ ਵਿੱਚ ਆ ਜਾਊਗਾ ਅਤੇ m ਸਾਨੂੰ ਪਤਾ ਲੱਗ ਜਾਏਗਾ। ਸੋ ਮੈਂ ਇੱਥੇ ਜਿਹੜੀ ਵੈਲਿਊ ਆ ਪੁੱਟ ਕਰ ਦੇਣਾ। ਸੋ ਪੁੱਟ ਇਨ 1 ਸੋ 4 + 68 × 30 D ਦੀ ਵਿੱਚ ਭਰਤਾ ਸੀ ਓਵਰ m+1 ਇਕੁਅਲਸ। ਸੋ ਰਾਈਟ ਹੈਂਡ ਸਾਈਡ ਮੇਰੇ ਪਾਸ ਕੀ ਆ ਜਾਏਗੀ 5 × m × D ਮੇਰੇ ਪਾਸ ਹੈ 30 ਓਵਰ m+1। ਸੋ ਨੈਕਸਟ ਸਟੈਪ ਮੇਰਾ ਕੀ ਬਣਦਾ ਹੈ 4 + 30 × 68 ਸੋ 0 8 × 24 4 2 0 4 0 8 3 is 24 3 6 is 18 + 2 20 over m+1 is equal to 5 × 30 150 m
ਓਵਰ m plus 1। ਸੋ ਇੱਥੇ ਅਸੀਂ ਇਸ ਨੂੰ ਇੱਥੇ ਮਲਟੀਪਲਾਈ ਕਰ ਲੈਂਦੇ ਹਾਂ ਕਿਉਂਕਿ ਇੱਥੇ m plus 1 ਨਹੀਂ ਹੈ, 1 ਹੈ। ਸੋ ਦੈਟ ਮੀਨਸ LCM ਲੈਣਾ ਪਏਗਾ ਬਟਰਫਲਾਈ ਮੈਥਡ। ਸੋ 4 into m 4m 4 into 1 4 m plus 1 ਦੇ ਨਾਲ ਅਸੀਂ ਇਸ ਨੂੰ ਮਲਟੀਪਲਾਈ ਕਰ ਲਿਆ LCM ਫਾਰਮ ਦੇ ਵਿੱਚ। ਸੋ 2040 ਦੋਨਾਂ ਦਾ ਕਾਮਨ ਡਿਨੋਮੀਨੇਟਰ ਕੀ ਆ ਗਿਆ ਮੇਰੇ ਪਾਸ m plus 1। ਦਿਸ ਇਜ਼ ਇਕੁਅਲ ਟੂ 150m ਓਵਰ m plus 1। ਸੋ ਡਿਨੋਮੀਨੇਟਰ ਸੇਮ ਹੈ, ਕੈਂਸਲ ਆਊਟ ਹੋ ਜਾਏਗਾ। ਸੋ ਰਹਿ ਕੀ ਗਿਆ ਮੇਰੇ ਪਾਸ 4m plus 4 plus 2040 plus 150m। ਸੇ ਦੋਨੇ ਐਡ ਅਪ ਹੋ ਜਾਣਗੇ। 4m ਅਸੀਂ ਉੱਧਰ ਜਾ ਕੇ ਸਬਟਰੈਕਟ ਕਰ ਦਿੰਦੇ ਹਾਂ। ਸੋ 4 plus 2040 ਇਹ ਬਣ ਗਿਆ 2044 ਇਜ਼ ਇਕੁਅਲ ਟੂ 150m ਮਾਈਨਸ 4m। ਸੋ ਮੇਰੇ ਪਾਸ ਕੀ ਬਣਦਾ ਫਿਰ ਇਹ 2044 ਇਜ਼ ਇਕੁਅਲ ਟੂ 150 ਮਾਈਨਸ 4 ਇਜ਼ 146m। ਸੋ ਦੋਨੋਂ ਸਾਈਡ ਅਸੀਂ 146 ਦੇ ਨਾਲ ਡਿਵਾਈਡ ਕਰ ਦਿੰਦੇ ਹਾਂ। 2044 ਡਿਵਾਈਡਡ ਬਾਈ 146 ਇਜ਼ ਇਕੁਅਲ ਟੂ m। ਸੋ 6 4 ਇਜ਼ 24। ਇਹ 14 ਤੇ ਜਾਏਗਾ ਜਾਂ ਉਹ 14 ਤੇ। ਸੋ ਇਸ ਨੂੰ ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ। ਸੋ ਕਿਉਂਕਿ 146 ਟੈਨਸ ਦਾ ਕੀ ਹੋਏਗਾ 1460। ਸੋ ਇਹ 15 ਜਾਂ 14 ਦੇ ਕਰੀਬ ਹੈ। ਸੋ 14 ਤੇ ਭਾਗ ਹੋਏਗਾ ਜੇਕਰ ਆਪਣਾ ਕੁਐਸਚਨ ਸਹੀ ਹੈ। ਸੋ ਦੈਟ ਮੀਨਸ m ਇਜ਼ ਇਕੁਅਲ ਟੂ 14। ਜੇਕਰ ਤੁਸੀਂ ਐਸਟੀਮੇਟ ਲਾਣਾ ਹੈ ਤਾਂ ਲਗਭਗ ਇਹ ਲਾਈਕ 146 ਹੈ। ਜੇਕਰ 10 ਦੇ ਟੇਬਲ 'ਤੇ ਭੇਜੀਏ ਤਾਂ ਸਾਡੇ ਪਾਸ 1460 ਆਏਗਾ। ਸੋ ਇਹ ਲਗਭਗ 5 6 ਇਜ਼ 30 ਹੁੰਦਾ। ਜੇ ਮੈਂ 4 ਨਾਲ ਮਲਟੀਪਲਾਈ ਕਰਾਂ ਇਸ ਨੂੰ 146 ਨੂੰ 6 4 ਇਜ਼ 24 ਪਿੱਛੇ 4 ਆ ਰਿਹਾ ਹੈ। ਕਹਿਣ ਤੋਂ ਭਾਵ ਕੀ ਹੈ 14 ਦੇ ਕਰੀਬ ਹੈ। ਸੋ ਤੁਸੀਂ 14 ਨਾਲ ਮਲਟੀਪਲਾਈ ਕਰਕੇ ਚੈੱਕ ਕਰ ਸਕਦੇ ਹੋ ਤਾਂ m ਸਾਡਾ ਕੀ ਆਏਗਾ 14। ਕੁਐਸਚਨ ਨੰਬਰ 17 ਅਤੇ 18 ਜਿਹੜੇ ਨੇ ਸਾਡੀਆਂ ਪ੍ਰੈਕਟੀਕਲ ਪ੍ਰੋਬਲਮਸ ਨੇ। ਅ ਮੈਨ ਸਟਾਰਟਸ ਰੀਪੇਇੰਗ ਹਿਜ਼ ਲੋਨ ਐਜ਼ ਫਸਟ ਇੰਸਟਾਲਮੈਂਟ ਆਫ ₹100। ਸੋ ਫਸਟ ਇੰਸਟਾਲਮੈਂਟ ਕੀ ਹੈ ਸਾਡੇ ਪਾਸ 100। ਹੀ ਇਨਕਰੀਜ਼ਿਜ਼ ਦੀ ਇੰਸਟਾਲਮੈਂਟ ਬਾਈ ₹5। ਸੋ ਹਰ ਇੰਸਟਾਲਮੈਂਟ 5 ਰੁਪਏ ਨਾਲ ਵਧਾਉਂਦਾ ਹੈ। ਜੇ ਜੇਕਰ ਫਸਟ 100 ਹੈ ਤਾਂ ਦੂਸਰੀ ਕਿੰਨੀ ਹੈ 105 ਹੈ, ਤੀਸਰੀ 110 ਹੈ, ਸੋ ਔਨ। ਸੋ ਵਟ ਅਮਾਊਂਟ ਵਿਲ ਹੀ ਪੇ ਇਨ 30th ਇੰਸਟਾਲਮੈਂਟ। ਅਸੀਂ ਦੇਖਣਾ ਹੈ ਕਿ 30th ਇੰਸਟਾਲਮੈਂਟ ਜਿਹੜੀ ਹੈ ਉਸ ਦੇ ਵਿੱਚੋਂ ਕਿੰਨੀ ਪੇਮੈਂਟ ਜਿਹੜੀ ਹੈ ਬੈਂਕ ਨੂੰ ਪੇ ਕਰੇਗਾ। ਸੋ ਅਸੀਂ T30 ਫਾਈਂਡ ਕਰਨਾ, ਬੜਾ ਈਜ਼ੀ ਹੈ। ਸੋ T30 ਇਜ਼ ਇਕੁਅਲ ਟੂ A ਪਲੱਸ 30 ਮਾਈਨਸ 1 ਇਜ਼ 29D। ਸਾਨੂੰ A ਵੀ ਪਤਾ ਹੈ, A 100 ਹੈ ਅਤੇ ਕਾਮਨ ਡਿਫਰੈਂਸ ਕਿੰਨਾ ਵੱਧ ਰਿਹਾ ਸਾਡੇ ਪਾਸ 5 ਦੈਟ ਇਜ਼ 29 into 5। ਸੋ 100 ਪਲੱਸ 29 5 ਸਾਡੇ ਪਾਸ 145 ਹੁੰਦਾ ਹੈ। ਸੋ ਟੋਟਲ ਹੋ ਗਿਆ 245 ਸੋ ਉਹ ਆਪਣੀ ਜਿਹੜੀ 30th ਇੰਸਟਾਲਮੈਂਟ ਹੋਏਗੀ ਉਸ ਦੇ ਵਿੱਚ 245 ਜਿਹੜੇ ਆ ਬੈਂਕ ਨੂੰ ਡਿਪੋਜ਼ਿਟ ਕਰਾਏਗਾ। ਕੁਐਸਚਨ ਨੰਬਰ 18 ਦੇ ਵਿੱਚ ਕੀ ਹੈ ਸਾਡੇ ਪਾਸ ਡਿਫਰੈਂਸ ਬਿਟਵੀਨ ਐਨੀ 2 ਕੰਜ਼ਕਟਿਵ ਇੰਟੀਰੀਅਰ ਐਂਗਲਸ ਆਫ ਆ ਪੋਲੀਗਨ ਇਜ਼ 5 ਡਿਗਰੀ। ਸੋ ਸਾਡੇ ਪਾਸ ਇੱਕ ਪੋਲੀਗਨ ਆ, ਸਾਨੂੰ ਸਾਈਡਸ ਨਹੀਂ ਪਤਾ ਕਿ ਉਹ ਪੈਂਟਾਗਨ ਹੈ, ਕੁਆਡਰੀਲੇਟਰਲ ਆ, ਕਿ ਉਸਦੀਆਂ ਕਿੰਨੀਆਂ ਸਾਈਡਸ ਨੇ। ਬਟ ਜਿਹੜੇ ਇਹਦੇ ਇੰਟੀਰੀਅਰ ਐਂਗਲਸ ਨੇ ਕੰਜ਼ਕਟਿਵ ਬਿਲਕੁਲ ਨਾਲ ਵਾਲੇ ਉਹਨਾਂ ਦੇ ਵਿੱਚ ਕਿੰਨੇ ਦਾ ਡਿਫਰੈਂਸ ਹੈ 5 ਡਿਗਰੀ। ਮੀਨਸ ਜੇ ਪਹਿਲਾ 100 ਹੈ ਤਾਂ ਨਾਲ ਵਾਲਾ 105 ਹੈ। ਇਫ ਦੀ ਸਮੋਲੈਸਟ ਐਂਗਲ ਇਜ਼ 120 ਤਾਂ ਸਭ ਤੋਂ ਛੋਟਾ ਐਂਗਲ 120 ਹੈ। ਤਾਂ ਅਸੀਂ ਫਾਈਂਡ ਕੀ ਕਰਨਾ ਹੈ ਫਾਈਂਡ ਨੰਬਰ ਆਫ ਸਾਈਡਸ। ਕਹਿਣ ਤੋਂ ਭਾਵ ਕੀ ਹੈ ਕਿ ਜੇਕਰ ਮੈਂ 120 ਡਿਗਰੀ ਫਸਟ ਐਂਗਲ ਲੈ ਲਾਂ ਤਾਂ ਨੈਕਸਟ ਐਂਗਲ ਜਿਹੜਾ ਹੋਏਗਾ ਉਸ ਦਾ 125 ਹੋਏਗਾ। ਉਸ ਤੋਂ ਨੈਕਸਟ ਐਂਗਲ ਸਾਡੇ ਪਾਸ 130 ਡਿਗਰੀ ਹੋਏਗਾ, ਸੋ ਔਨ। ਬਟ ਕੁਐਸਚਨ ਕੀ ਹੈ ਕਿ ਅਸੀਂ ਕਿੰਨੀਆਂ ਟਰਮਸ ਲਿਖਣੀਆਂ ਨੇ ਇਹਦੇ ਵਿੱਚ। ਜਿੰਨੀਆਂ ਟਰਮਸ ਹੋਣਗੇ, ਜਿੰਨੇ ਐਂਗਲਸ ਹੋਣਗੇ, ਉਨੀਆਂ ਹੀ ਉਸ ਦੀਆਂ ਸਾਈਡਸ ਹੋਣਗੀਆਂ। ਸੋ ਇਹਦੇ ਵਿੱਚ ਸਾਡੇ ਪਾਸ ਇੱਕ ਡਿਫਰੈਂਟ ਕੰਸੈਪਟ ਸਾਨੂੰ ਯੂਜ਼ ਕਰਨਾ ਪਏਗਾ ਜਿਹੜਾ ਅਸੀਂ ਲੋਅਰ ਕਲਾਸਿਸ ਦੇ ਵਿੱਚ ਪੜ੍ਹਦੇ ਹਾਂ। ਉਹ ਹੈ ਸਾਡਾ ਰਿਲੇਸ਼ਨ ਬਿਟਵੀਨ ਸਮ ਆਫ ਐਂਗਲਸ ਇੰਟੀਰੀਅਰ ਐਂਗਲਸ ਆਫ ਅ ਪੋਲੀਗਨ। ਉਹ ਅਸੀਂ ਕਿਵੇਂ ਫਾਈਂਡ ਕਰਦੇ ਹਾਂ। ਸੋ ਉਸ ਦੇ ਲਈ ਇੱਕ ਰਿਲੇਸ਼ਨ ਹੈ, ਇੱਕ ਫਾਰਮੂਲਾ ਹੈ। ਸੋ ਫਾਰਮੂਲਾ ਕੀ ਹੈ ਦੈਟਸ ਕਿਸੇ ਵੀ ਸਾਡੀ ਜਿਹੜੀ ਪੋਲੀਗਨ ਆ ਉਸਦੇ ਇੰਟੀਰੀਅਰ ਐਂਗਲਸ ਦਾ ਜਿਹੜਾ ਸਮ ਹੈ ਦੈਟ ਇਜ਼ ਗਿਵਨ ਬਾਈ n-2 into 180 ਡਿਗਰੀ। ਇਸ ਰਿਲੇਸ਼ਨ ਦੇ ਨਾਲ ਫਾਈਂਡ ਹੁੰਦਾ ਹੈ। ਲਾਈਕ ਟਰਾਈਐਂਗਲ ਹੈ
ਜੇ ਮੈਂ ਇੱਥੇ 3 ਪੁੱਟ ਕਰ ਦੇਵਾਂ, n ਕੀ ਹੈ ਨੰਬਰ ਆਫ ਸਾਈਡਸ ਹੈ, 3 - 2 ਆ ਜਾਏਗਾ 1, 1 × 180 180, ਭਾਵ ਟਰਾਈਐਂਗਲ ਦੇ ਇੰਟੀਰੀਅਰ ਐਂਗਲ ਦਾ ਸਮ ਕਿੰਨਾ ਬਣਿਆ 180। ਜੇ ਮੈਂ ਇੱਥੇ ਕੁਆਡਰੀਲੇਟਰਲ ਦੀਆਂ ਸਾਈਡਸ 4 ਪੁੱਟ ਕਰਦੇ ਹਾਂ, 4 - 2 ਬਚੇਗਾ 2, 2 × 180 360, ਤਾਂ ਕੁਆਡਰੀਲੇਟਰਲ ਦੇ ਐਂਗਲਸ ਦਾ ਸਮ ਕਿੰਨਾ ਹੁੰਦਾ 360। ਸੋ ਮੈਂ ਹੁਣ ਇਸ ਜੇ ਮੇਰੇ ਪਾਸ ਜਿਹੜੀ ਪੋਲੀਗਨ ਆ ਇਹਦੇ ਐਂਗਲਸ ਦਾ ਸਮ ਜਿਹੜਾ ਹੋਏਗਾ ਉਹ ਇਹਦੇ ਮਲਟੀਪਲ ਦੇ ਵਿੱਚ ਹੋਏਗਾ n - 2 × 180, ਕਿਉਂਕਿ 180 ਦਾ ਮਲਟੀਪਲ ਹੀ ਹੋਣਾ ਹੈ ਉਸਨੇ, ਜਿਹੜਾ ਇੰਟੀਰੀਅਰ ਐਂਗਲਸ ਦਾ ਸਮ ਹੋਊਗਾ, ਇਸ ਤੋਂ ਬਾਹਰ ਨਹੀਂ ਜਾ ਸਕਦਾ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਇਹ ਕੁਐਸਚਨ ਸੋਲਵ ਕਰਨ ਦੇ ਲਈ ਹੋਣੀ ਚਾਹੀਦੀ ਹੈ। ਸੋ ਮੇਰੇ ਪਾਸ ਕੀ ਹੈ ਕਿ ਇਹ ਮੇਰੇ ਪਾਸ A ਹੈ 120 ਅਤੇ D ਕਿੰਨਾ ਹੈ ਮੇਰੇ ਪਾਸ 5। ਤਾਂ ਮੈਂ ਸਮ ਫਾਈਂਡ ਕਰਨਾ ਹੈ n ਟਰਮਸ ਦਾ, ਸਮ ਆਫ n ਟਰਮਸ, ਜਿੰਨੀਆਂ ਟਰਮਸ ਦਾ ਸਮ 180 ਦੇ ਪ੍ਰੋਡਕਟ ਦੇ ਨਾਲ ਮੈਚ ਹੋ ਜਾਊਗਾ ਉਹ ਸਾਡਾ ਕੀ ਹੋਏਗਾ ਸਾਈਡਸ ਹੋਣਗੀਆਂ। ਸੋ SN ਦਾ ਫਾਰਮੂਲਾ ਕੀ ਹੈ ਮੇਰੇ ਪਾਸ n/2, ਇਹ ਮੈਨੂੰ ਪਤਾ ਨਹੀਂ ਹੈ, 2a ਮੇਰੇ ਪਾਸ ਕਿੰਨਾ 120 ਪਲੱਸ n - 1 × D ਮੇਰੇ ਪਾਸ ਕਿੰਨਾ ਹੈ 5। ਸੋ ਜਿਹੜਾ ਇਹ ਮੇਰਾ ਰਿਲੇਸ਼ਨ ਹੈ ਇਹ ਕਿਸ ਫਾਰਮ 'ਚ ਆਉਣਾ ਚਾਹੀਦਾ, ਇਹਦਾ ਆਨਸਰ ਕਿੱਦਾਂ ਆਉਣਾ ਚਾਹੀਦਾ, ਦੈਟ ਮਸਟ ਬੀ ਇਕੁਅਲ ਟੂ n - 2 × 180, ਇਸ ਫਾਰਮ ਦੇ ਵਿੱਚ ਆਉਣਾ ਚਾਹੀਦਾ ਹੈ। ਸੋ ਮੇਰੇ ਪਾਸ ਕੀ ਬਣ ਜਾਂਦਾ ਇਹ n/2 240 ਪਲੱਸ 5 × n 5n - 5 ਇਕੁਅਲਸ, ਇਸ ਨੂੰ ਵੀ ਅਸੀਂ ਮਲਟੀਪਲਾਈ ਕਰ ਸਕਦੇ ਹਾਂ 180n - 360। ਸੋ ਈਵਨ 2 ਜਿਹੜਾ ਕ੍ਰੋਸ ਮਲਟੀਪਲਾਈ ਕਰ ਲੈਂਦੇ ਹਾਂ, n ਨੂੰ ਵਿੱਚ ਕਰ ਦਿੰਦੇ ਹਾਂ ਮਲਟੀਪਲਾਈ ਸੀ। ਸੋ ਇਹ ਕੀ ਬਣ ਜਾਏਗਾ ਮੇਰੇ ਪਾਸ 240n प्लस n × 5n 5n स्क्वायर माइनस 5n, 2 क्रॉस मल्टीप्लाई हो जाएगा 360n - 720। सो क्वाड्रेटिक इक्वेशन बनती दिखाई दे रही है सानू 5n स्क्वायर। सो 5n स्क्वायर अगे लिख लैने आप, n वाली टर्म्स मिडल च लिख लैने 240n - 5n, 360n भी माइनस होएगा इधर आके, तो लास्ट टर्म रहेगी प्लस 720 इक्वल्स 0। इसमें भी असी लैफ्ट हैंड साइड लै आए। सो इन्हों असी ऐड तो सबट्रैक्ट कर लें, लाइक टर्म्स ने साड़ियाँ ये। सो रिजल्ट की आएगा मेरे पास 5n स्क्वायर। सो 240 - 360 - 120 ये एडअप हो जाएंगे -125n प्लस 720 इज इक्वल टू 0। सो ये साढ़े पास क्वाड्रेटिक इक्वेशन आ गई जिसनों असी मिडल टर्म सपलिट करके सॉल्व कर सकते हैं। बाकी सारी 5 के मल्टीपल ने तो असी इसनों 5 के नाल डिवाइड भी कर सकते हैं सारिਆਂ ਨੂੰ। सो 5 नाल डिवाइड कर लें ताकि साਡਾ ਜਿਹੜਾ क्वेश्चन आ ईजी हो जाए, फैक्टराइज करना सौखा हो जाए। सो डिवाइडिंग ईच टर्म बाय 5 या टेकिंग 5 कॉमन, सो n स्क्वेयर 25 तो 5 नाल जो असी डिवाइड करांगे आएगा प्लस 144 इज इक्वल टू 0। सो 5 तो 0 नहीं है, ये 0 है, n स्क्वेयर -25n प्लस 144 इक्वल्स 0। सो सानू 2 नंबर चाहिए ने जिन्होंने असी ऐड करिए साढ़े पास 25 आ जाए तो मल्टीप्लाई करिए 144, प्रोडक्ट कितना आना चाहिए 144 तो सम कितना आना चाहिए 25। सो 16 तो 9, 16 × 9 साढ़े पास 144 होंदा है, तो 16 नूं ते 9 नूं जोड़ के 25 बनता है। दैट मीनस 1n स्क्वेयर -16n - 9n प्लस 144 इज इक्वल टू 0। सो n कॉमन, n - 16 - 9 कॉमन, n - 16 इज इक्वल टू 0। सो n - 16 कॉमन, पिछे रह गया मेरे पास n, इत्थे रह गया -9 इक्वल्स 0। सो दैट मीनस इन्होंने दोनों के विचों कोई एक 0 है, दोनों को मल्टीप्लाई करके 0 आ रहा है। सो या तो n - 16 0 है, दैट मीनस n इज इक्वल टू 16, या n - 9 0 है, दैट मीनस n इज इक्वल टू 9। सो 2 आंसर साढ़े पॉसीबल हो सकते हैं, ਜਾਂ ਤਾਂ n 16 है तो ਜਾਂ n 9 है। जेकर ਅਸੀਂ पॉलीगन की गल करिए तो ਅਸੀਂ सब तो ਇਹ वाला आंसर चूज़ कर लें भी सब तो पहला पॉलीगन ਇਹ बनेगी साड़ी। सो n इज इक्वल टू की बन जाएगा, नंबर ऑफ साइड्स कितनी आ जाएंगे 9, ये वड्डी है पॉलीगन
ਹਾਂ ਜੇਕਰ ਅਸੀਂ ਛੋਟੀ ਲੈਣੀ ਹੋਵੇ ਮੀਨਸ ਪਹਿਲਾਂ ਜਿਹੜੀ ਕੰਪਲੀਟ ਹੋ ਜਾਏਗੀ ਸਾਡੀ ਪੋਲੀਗਨ ਉਹ 9 ਸਾਈਡਸ ਵਾਲੀ ਕੰਪਲੀਟ ਹੋਏਗੀ। ਸੋ ਦੋਸਤੋ ਇੱਥੇ ਜਿਹੜੀ ਸਾਡੀ ਐਕਸਰਸਾਈਜ਼ ਹੈ ਉਸ ਦਾ ਕੁਐਸਚਨ ਨੰਬਰ ਇਹ ਲਾਸਟ ਸੀ, ਇਹ ਕੰਪਲੀਟ ਹੁੰਦੀ ਹੈ। ਨੈਕਸਟ ਵੀਡੀਓ ਦੇ ਵਿੱਚ ਅਸੀਂ ਕੁਛ ਜਿਹੜੀ ਐਕਸਰਸਾਈਜ਼ ਦੇ ਵਿੱਚ ਇਹਦੇ ਵਿੱਚ ਟੌਪਿਕਸ ਜਿਹੜੇ ਕਵਰ ਨਹੀਂ ਹੋਏ ਨੇ ਲਾਈਕ ਅਰਿਥਮੈਟਿਕ ਮੀਨਸ ਜਾਂ ਪ੍ਰੈਕਟੀਕਲ ਪ੍ਰੋਬਲਮਸ ਔਨ AP, ਜਿਵੇਂ ਅਸੀਂ 3 ਟਰਮਸ AP ਦੀਆਂ ਕਿਵੇਂ ਚੂਜ਼ ਕਰਨੀਆਂ ਨੇ, 4 ਟਰਮਸ AP ਦੀਆਂ ਕਿਸ ਤਰ੍ਹਾਂ ਚੂਜ਼ ਕਰਨੀਆਂ ਨੇ, ਅਸੀਂ ਹੋਰ ਬੁੱਕਸ ਦੇ ਵਿੱਚੋਂ ਮੈਟਰ ਜਿਹੜਾ ਹੈ ਉਹ ਕਲੈਕਟ ਕਰਕੇ 8 to 10 ਕੁਐਸਚਨਸ ਜਿਹੜੇ ਨੇ ਨੈਕਸਟ ਵੀਡੀਓ ਦੇ ਵਿੱਚ ਸੈਪਰੇਟਲੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਤਾਂ ਕਿ ਤੁਹਾਡਾ ਜਿਹੜਾ ਟੌਪਿਕ ਹੈ ਕੰਪਲੀਟਲੀ ਕਵਰ ਹੋ ਜਾਏ, ਤੁਹਾਡਾ ਕੁਛ ਵੀ ਰਹੇ ਨਾ। ਸੋ ਅਸੀਂ ਵੱਖ-ਵੱਖ ਬੁੱਕਸ ਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਸਿਲੈਕਟਿਵ ਕੁਐਸਚਨਸ ਨੇ, ਬੋਰਡ ਦੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਵੀ ਜਾਂ ਤੁਹਾਡੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੀ ਤਿਆਰੀ ਦੇ ਪੁਆਇੰਟ ਆਫ ਵਿਊ ਤੋਂ ਵੀ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਉਹ ਕੁਐਸਚਨ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਜੇਕਰ ਤੁਹਾਡੀ ਕੋਈ ਵੀ ਕੁਐਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਫੀਡਬੈਕ ਹੈ ਪਲੀਜ਼ ਕੌਮੈਂਟ ਜ਼ਰੂਰ ਕਰਿਆ ਕਰੋ। ਅਤੇ ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜਿਹੜੇ ਨੇ ਉਹ ਟਾਈਮਲੀ ਮਿਲਦੇ ਰਹਿਣ। ਸੋ ਚੈਨਲ ਦੇ ਨਾਲ ਜੁੜੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।